ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 11 सितंबर 2019 27 भादो नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਾਵੀ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਨੈਵਰ ਫੋਰਗੇਟ 9/11। ਅੱਜ ਦੇ ਦਿਨ ਅੱਜ ਤੋਂ 18 ਸਾਲ ਪਹਿਲਾਂ ਜੋ ਅਮਰੀਕਾ ਤੇ ਜੋ ਨਿਊਯਾਰਕ ਤੇ ਜੋ ਬਿਲਡਿੰਗਾਂ ਸਨ, ਵਰਲਡ ਟ੍ਰੇਡ ਸੈਂਟਰ ਐਂਡ ਜੋ ਬਾਕੀ ਸਟੇਟਸ ਦੇ ਉੱਪਰ ਦਹਿਸ਼ਤਗਰਦੀ ਹਮਲੇ ਹੋਏ, ਜਿਸ ਵਿੱਚ 3000 ਤੋਂ ਉੱਪਰ ਜੋ ਬੇਗੁਨਾਹ ਲੋਕ ਸਨ ਉਹ ਮਾਰੇ ਗਏ, ਜਿਸ ਵਿੱਚ कह लो कि फायर फाइटर भी जड़े कि जाना उन्होंने बचा रहे सन वो भी मारे गए और जो पुलिसमैन सन वो भी मारे गए। सो असी अज के दिन आप याद कर रहे हैं और जो अज का जो साडा सारा समूचा प्रोग्राम है उन्हों की याद नूं ही समर्पित होएगा। सो असी जो मारे गए हैं उन्होंने याद करते हैं तो उन्हों के परिवार ने जो पिछे उन्होंने आप अपनी हमदर्दी प्रगट करते हैं। सो हुण आपां गलबात करते हैं जो अज दा मेन इशू है, इस दे आले दुआले ही विचार चर्चा होएगी। सो असी चाहांगे कि तुसीं साडे नाल इसे तरह ही बने रहना। देखण सुन लई तुहाडा सब दा बहुत बहुत शुक्रिया। जी डॉक्टर साहब की कहना चाहोगे? देखो, इंसानी इतिहास दे विच कोई कोई वाकया ऐसा है जिन्हें एक देश नूं जां एक कबीले नूं जां एक कॉन्टीनेंट नूं ही प्रभावित नहीं किया, जिन्हें समुची इंसानियत नूं प्रभावित किया। बहुत बार असी मजहब के हवाले नाल ये गल जरूर कहते हैं कि जदों कोई रब दा भेजिया प्रॉफिट, अवतार, गुरु, पीर, पैगंबर, औलिया आंदा है तो उस दियां टीचिंग्स बेशक उस दे अपने दायराकार तो शुरू हुंदियां ने, पर हौली 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 ਉਹ ਕੁੱਲ ਦੁਨੀਆ ਦਾ ਹੀ ਪੈਗੰਬਰ ਹੁੰਦਾ ਹੈ ਜਾਂ ਕੁੱਲ ਦੁਨੀਆ ਜਾਂ ਹਿਊਮੈਨਿਟੀ ਦੇ ਹੀ ਪ੍ਰੋਫਿਟ ਦੇ ਤੌਰ ਤੇ, ਹਿਊਮੈਨਿਟੀ ਦੇ ਔਲੀਏ ਦੇ ਤੌਰ ਤੇ ਉਸ ਨੂੰ ਜਾਣਿਆ ਜਾਂਦਾ ਹੈ, ਕਿਉਂਕਿ ਉਹ ਟੀਚਿੰਗਸ ਜਿਹੜੀਆਂ ਨੇ ਉਹ ਕਿਸੇ ਦੇਸ਼ ਜਾਂ ਖਿੱਤੇ ਤੋਂ ਪਾਰ ਇਨਸਾਨੀਅਤ ਲਈ ਹੁੰਦੀਆਂ ਨੇ। ਔਰ ਜਿੱਥੇ ਜਿੱਥੇ ਇਨਸਾਨ ਨੇ ਜਿਹੜੇ ਕਿ ਇਸ ਧਰਤੀ ਦੇ ਉੱਤੇ ਨੇ, ਇਹ ਫਿਰ ਉਹਨਾਂ ਦੇ ਨਾਲ ਬਿਲੋਂਗਿੰਗ ਹੁੰਦੀ ਹੈ। 7-8 ਹਜ਼ਾਰ ਸਾਲ ਦਾ ਮਨੁੱਖੀ ਇਤਿਹਾਸ ਹੈ। ਮੈਨੂੰ नहीं लगता कि 9/11 वर्गा कोई भी दिन ये 60,000 साल के इतिहास च होए जिन्हें ना सिर्फ सारी दुनिया नूं प्रभावित किया होए, पर इस दिन तो बाद दुनिया की सियासत, आर्थिकता, उन्हां दे ह्यूमन राइट्स, संबंधां दी गल, नफरत, एंगर, ये सारा कुछ एक नवे प्रपोर्शन च होए। और मैं अक्सर अज भी अज दी आवाज़ रेडियो प्रोग्राम च मैं कहा सी कि बहुत बार असी जदों इतिहास नूं डिस्क्राइब करते हैं तो जीसस के जन्म के नाल जुड़िया होया, क्योंकि वैस्ट का बोलबाला है। सो जिहड़ा 2019 तो पहला जो वापरिया उन्होंने असी उस साल के नाल BC लिखते हैं, बिफोर क्राइस्ट, कि जीसस के जन्म तो पहला। और ਜਿਹੜਾ जीसस के जन्म के नाल इन्हां 2019 ਦੇ ਵਿੱਚ ਵਾਪਰਿਆ ਉਹਦੇ ਨਾਲ ਅਸੀਂ AD सन ਲਿਖਦੇ ਹਾਂ, ਐਨੋ ਡੋਨੀ, ਜਿਸ ਦਾ ਮਤਲਬ ਹੈ ਇਨ ਦਾ ਈਅਰ ਆਫ ਆਵਰ ਲਾਰਡ। ਸੋ ਹਿਸਟਰੀ ਜਿਹੜੀ ਹੈ ਇਵੇਂ ਡਿਸਕਸ ਹੁੰਦੀ ਸੀ, ਪਰ 9/11 ਨੇ ਇਵੇਂ ਸਾਰੀ ਦੁਨੀਆ ਨੂੰ ਜਿਹੜਾ ਹੈ ਉਹ ਆਪਣੇ ਗਲੇਫੇ ਦੇ ਵਿੱਚ ਲਿਆ ਕਿ ਉਸ ਤੋਂ ਬਾਅਦ ਜਦੋਂ ਅਸੀਂ ਹੁਣ ਹਿਸਟਰੀ ਦੀ ਗੱਲ ਕਰਦੇ ਹਾਂ ਜਾਂ ਫਿਊਚਰ ਦੇ ਹਿਸਟੋਰੀਅਨ ਕਰਨਗੇ तो एक संसार 9/11 तो पहले एग्जिस्ट करता सी
ਔਰ ਇੱਕ ਜਿਹੜਾ ਉਸ ਤੋਂ ਬਾਅਦ ਬਣ ਗਿਆ, ਹਾਲਾਂ ਜੇ ਅਸੀਂ ਕੁੱਲ ਮਿਲਾ ਕੇ ਅਮਰੀਕਾ ਦੇ ਹਵਾਲੇ ਨਾਲ ਦੇਖੀਏ ਤੇ ਫਿਰ ਅਮਰੀਕਾ ਦੀ ਹਿਸਟਰੀ 'ਚ ਜੇ ਅਸੀਂ ਇਸ 9/11 ਨਾਲ ਦੇਖਣਾ ਨੂੰ ਜੋੜ ਕੇ ਦਿਨ ਦੇਖਣਾ ਹੋਏ ਤੇ ਇਹ 11 ਸਤੰਬਰ 1893 ਦਾ ਦਿਨ ਸੀ, ਜਦੋਂ ਕਿ ਦੁਨੀਆ ਬੇਸ਼ੱਕ ਅਜੇ ਕੋਈ ਹਵਾਈ ਜਹਾਜ਼ਾਂ ਦਾ ਸਿਲਸਿਲਾ ਸ਼ੁਰੂ ਨਹੀਂ ਸੀ ਹੋਇਆ, ਸਮੁੰਦਰੀ ਜਹਾਜ਼ਾਂ ਰਾਹੀਂ ਸਫ਼ਰ ਸੀ, ਅਜੇ ਜਿਹੜਾ ਕੋਈ ਟੈਂਕਾਂ ਦੀਆਂ ਲੜਾਈਆਂ ਨਹੀਂ ਸੀ ਹੋਈਆਂ, ਪੁਰਾਣੀ ਦੁਨੀਆ ਹੀ ਸੀ। ਔਰ ਉਦੋਂ ਇਹ ਇੱਕ ਖਾਬ ਕਿ ਦੁਨੀਆ ਦੇ ਵਿੱਚ ਜਿਹੜੀ ਮਜ਼ਹਬ ਦੇ ਨਾਂ ਦੇ ਉੱਤੇ ਨਫ਼ਰਤ ਹੈ ਜਾਂ ਇੱਕ ਦੂਜੇ ਨੂੰ ਮਾਰਿਆ ਜਾ ਰਿਹਾ, ਯੂਰਪ ਦੇ ਵਿੱਚ ਵੀ ਕੈਥੋਲਿਕ ਪ੍ਰੋਟੈਸਟੈਂਟ ਲਾਈਨ ਚੱਲ ਰਹੀ ਸੀ, ਬਾਕੀ ਹਵਾਲਿਆਂ ਨਾਲ ਵੀ ਚੱਲ ਰਿਹਾ ਸੀ, ਤੇ ਕਿਉਂ ਨਾ ਦੁਨੀਆ ਦੇ ਵਿੱਚ ਇਨਸਾਨੀ ਸਾਂਝ ਪੈਦਾ ਕਰਨ ਦੇ ਲਈ ਇੱਕ ਜਿਹੜੀ ਹੈ ਪਾਰਲੀਮੈਂਟ ਆਫ ਵਰਲਡ ਰਿਲੀਜਨਸ ਬਣਾਈ ਜਾਏ, ਜਿਹਦੇ ਵਿੱਚ ਧਰਮਾਂ ਦੇ ਨੁਮਾਇੰਦੇ ਆ ਕੇ ਐਡਰੈਸ ਕਰਨ। ਸੋ 11 ਸਤੰਬਰ 1893 ਨੂੰ ਇੱਕ ਬਹੁਤ ਵੱਡਾ ਇਕੱਠ ਜਿਹੜਾ ਦੁਨੀਆ ਦੇ ਨੁਮਾਇੰਦਿਆਂ ਦਾ ਉਹ ਸ਼ਿਕਾਗੋ ਦੇ ਵਿੱਚ ਹੋਇਆ ਸੀ, ਜਿਹੜੀ ਪਹਿਲੀ ਜਿਹੜੀ ਹੈ ਉਹ ਪਾਰਲੀਮੈਂਟ ਆਫ ਵਰਲਡ ਰਿਲੀਜਨ ਸੀ। ਔਰ ਇਹ ਇੱਕ ਟ੍ਰੈਜੇਡੀ ਦੀ ਗੱਲ ਹੈ। ਔਰ ਮੈਂ ਫਿਰ ਜੇ 100 ਸਾਲ ਬਾਅਦ ਜਿਹੜਾ ਉਸੇ ਯਾਦ ਦੇ ਵਿੱਚ 11 ਸਤੰਬਰ 1993 ਨੂੰ ਹੋਇਆ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ 100 ਸਾਲ ਬਾਅਦ ਜਿਹੜੀ ਇਹ ਪਾਰਲੀਮੈਂਟ ਆਫ ਵਰਲਡ ਰਿਲੀਜਨਸ ਹੋਈ, ਉਹਦੇ 'ਚ 160 ਦੇ ਕਰੀਬ ਦੁਨੀਆ ਦੇ ਧਰਮ ਜਾਂ ਫਿਰਕੇ ਉਹਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਤੇ ਮੈਨੂੰ ਇਹ ਮਾਣ ਹਾਸਲ ਸੀ ਕਿ ਸਿੱਖ ਧਰਮ ਵੱਲੋਂ ਜਿਹੜਾ ਸਕਾਲਰਸ ਨੇ ਆਪਣੀ ਪ੍ਰੈਜੈਂਟੇਸ਼ਨ ਉੱਥੇ ਦਿੱਤੀ, ਉਹਦੇ 'ਚ ਮੈਨੂੰ ਵੀ ਇਹ ਸ਼ਰਫ ਹਾਸਲ ਸੀ। ਔਰ ਮੇਰਾ ਟੌਪਿਕ ਵੀ ਉਸ ਡਿਸਕਸ਼ਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਐਜ਼ ਏ ਯੂਨੀਵਰਸਲ ਟੈਕਸਟ ਔਰ ਯੂਨੀਵਰਸਲ ਸਕ੍ਰਿਪਚਰ, ਕਿ ਗੁਰੂ ਗ੍ਰੰਥ ਸਾਹਿਬ ਜਿਹਦੇ 'ਚ ਕਿ ਇਨਸਾਨੀਅਤ ਦਾ ਮੈਸੇਜ ਹੈ, ਕਿਵੇਂ ਇਹ ਸਾਰੀ ਦੁਨੀਆ ਦੀ ਹੀ ਉਸ ਸਾਂਝ ਦੀ ਗੱਲ ਕਰਦੀ। ਔਰ ਇਹ ਮੈਂ ਸਮਝਦਾ ਵੀ ਜਿਹੜੇ 100 ਸਾਲ ਬਾਅਦ 1993 ਚ ਹੋਇਆ, ਪਰ ਠੀਕ 8 ਸਾਲ ਬਾਅਦ ਇੱਕ ਵੱਡੀ ਟ੍ਰੈਜੇਡੀ ਉਹ ਵੀ 11 ਸਤੰਬਰ 2001 ਨੂੰ ਹੋਈ, ਜਦੋਂ ਕਿ ਵਰਲਡ ਟ੍ਰੇਡ ਸੈਂਟਰ ਅਮਰੀਕਾ ਦੇ ਵਿੱਚ ਦੋ ਉੱਚੀਆਂ ਇਮਾਰਤਾਂ ਜਿਹੜੀਆਂ ਅਮਰੀਕਾ ਦੀ ਕਮਰਸ਼ੀਅਲ ਕੈਪੀਟਲ ਔਰ ਅਮਰੀਕਾ ਦਾ ਪ੍ਰਾਈਡ ਟ੍ਰੇਡ ਦੀ ਦੁਨੀਆ 'ਚ, ਪੈਂਟਾਗਨ ਜਿਹੜਾ ਕਿ ਬਹੁਤੇ ਸਮਝਦੇ ਨੇ ਡੀਸੀ 'ਚ ਹੈ, ਹਾਲੇ ਟੈਕਨੀਕਲੀ ਵਰਜੀਨੀਆ 'ਚ ਹੈ, ਜਿਹੜਾ ਕਿ ਅਮਰੀਕਾ ਦਾ ਮਿਲਟਰੀ ਮਾਈਟ 5 ਨੁਕਰੀ ਇਮਾਰਤ, ਜਿਸ ਦੇ ਇਹਨਾਂ ਦੋਨਾਂ ਦੇ ਉੱਤੇ ਜਿਹੜਾ ਹੈ ਉਹ 3 ਜਹਾਜ਼, ਜਿਨ੍ਹਾਂ ਦੇ ਵਿੱਚ ਜਿਹੜੀ ਵਰਜ਼ਨ ਪਪੂਲਰ ਹੈ ਕਿ 18 ਜਾਂ 19 ਦਹਿਸ਼ਤਗਰਦ ਜਿਨ੍ਹਾਂ ਨੇ ਉਹ ਜਹਾਜ਼ ਅਗਵਾ ਕੀਤੇ, ਉਹਨਾਂ ਨੇ ਉਹ ਇਸ ਵਰਲਡ ਟ੍ਰੇਡ ਸੈਂਟਰ ਦੀਆਂ ਉਹਨਾਂ ਉੱਚੀਆਂ ਜਿਹੜੀਆਂ ਅਸਮਾਨ ਨੂੰ ਛੂਹਣ ਵਾਲੀਆਂ ਇਮਾਰਤਾਂ ਸਨ, ਉਹਨਾਂ ਦੇ ਵਿੱਚ ਮਾਰੇ। ਔਰ ਗੱਲ ਜਿਹੜਾ ਸਿਰਫ ਇਹ ਨਹੀਂ ਸੀ ਜਿਵੇਂ ਕਿ ਉਸ ਸਾਰੇ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਬਿਲਡਿੰਗਸ ਤੇ ਡਿੱਗਣ ਦੇ ਨਾਲ ਹੀ ਹੋਇਆ, ਕਿਉਂਕਿ ਉਹ ਜਹਾਜ਼ ਸਾਰੇ ਇਧਰੋਂ ਵੈਸਟ ਕੋਸਟ ਜਾਣ ਵਾਲੇ ਸੀ, ਉਹਨਾਂ ਦੇ ਵਿੱਚ ਫਿਊਲ ਸੀ, ਔਰ ਜਿਵੇਂ ਉਹਨਾਂ ਦੀ ਜਿੰਨੀ ਕੁ ਉਹਨਾਂ ਦੀ ਫਿਊਲ ਪੂਰੇ ਭਰੇ ਹੋਏ ਸੀ, ਤੇ ਜਿਹੜਾ ਇੱਕ ਟਰਾਈ ਨਾਈਟਰੋ ਟੋਲਵਿਨ TNT ਕਿਹਾ ਜਾਂਦਾ ਹੈ, ਜਿੰਨੀ ਉਹਦੀ ਸਟਰੈਂਥ ਹੁੰਦੀ ਹੈ 100 ਦੇ ਕਰੀਬ ਦੀ, ਉਨੇ ਦੇ ਨਾਲ ਉਹ ਸਾਰਾ ਜਿਹੜਾ ਹੈ ਉਹ ਕਲੈਪਸ ਹੋਏ ਸਟਰਕਚਰ। ਔਰ ਜਿਹੜਾ ਪੈਂਟਾਗਨ ਦੇ ਵਿੱਚ ਮਾਰਿਆ ਗਿਆ, ਪੈਂਟਾਗਨ ਦੇ ਵਿੱਚ ਜਿਹੜਾ ਜਹਾਜ਼ ਹਿੱਟ ਕੀਤਾ ਉਹਦੇ 'ਚ ਵੀ 150 ਤੋਂ ਜ਼ਿਆਦਾ ਲੋਕ ਮਾਰੇ ਗਏ। ਔਰ ਚੌਥੇ ਜਹਾਜ਼ ਬਾਰੇ ਕਿਹਾ ਜਾਂਦਾ ਹੈ ਕਿ ਉਹ ਹੈਡ ਕਰ ਰਿਹਾ ਸੀ ਕੈਪੀਟਲ ਹਿੱਲ ਜਾਂ ਵਾਈਟ ਹਾਊਸ ਨੂੰ ਟਾਰਗੇਟ ਕਰਨ ਦੇ ਲਈ, ਤੇ ਉਸ ਨੂੰ ਵੈਦਰ ਮਿਸਾਈਲ ਨਾਲ ਥੱਲੇ ਸੁੱਟਿਆ ਗਿਆ ਜਾਂ ਪੈਸੇਂਜਰਸ ਨੇ ਝਗੜਾ ਕਰਕੇ ਉਹਨੂੰ ਸੁੱਟਿਆ, ਇਹ ਡਿਬੇਟ ਹੈ। ਔਰ ਉਹਦੇ 'ਚ ਵੀ ਜਿਹੜੇ ਸਾਰੇ ਮੁਸਾਫਰ ਸੀ ਉਹ ਮਾਰੇ ਗਏ। ਸੋ ਕੁੱਲ ਮਿਲਾ ਕੇ 3000 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਨੇ ਇੱਕੋ ਦਿਨ ਦੇ ਵਿੱਚ ਹੋਈਆਂ, ਚਿੱਟੇ ਦਿਨ, ਚੜ੍ਹੇ ਦਿਨ। ਔਰ ਇਹ ਅਮਰੀਕਾ ਦੀ ਮੇਨਲੈਂਡ ਦੇ ਉੱਤੇ ਹੋਇਆ ਪਹਿਲੀ ਵਾਰ ਇਸ ਲੈਵਲ ਦਾ ਹਮਲਾ ਸੀ, ਜਿਹਦੇ 'ਚ ਕੋਈ ਹਥਿਆਰ ਬਾਹਰੋਂ ਨਹੀਂ ਆਏ, ਜਹਾਜ਼ਾਂ ਨੂੰ ਹੀ ਜਿਹੜਾ ਹਥਿਆਰ ਦੇ ਤੌਰ ਤੇ ਵਰਤਿਆ ਗਿਆ। ਔਰ ਇਹ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਅਸੀਂ ਪਰਲ ਹਾਰਬਰ, ਜਿਸ ਦੇ ਉੱਤੇ ਜਾਪਾਨੀਆਂ ਨੇ ਅਟੈਕ ਕੀਤਾ ਸੀ ਜਦੋਂ ਸੈਕੰਡ ਵਰਲਡ ਵਾਰ 1939 ਸ਼ੁਰੂ ਹੋਇਆ, ਪਹਿਲੇ 2 ਸਾਲ ਅਮਰੀਕਾ ਨਿਊਟਰਲ ਸੀ, ਪਰ ਪਰਲ ਹਾਰਬਰ ਦੇ ਉੱਤੇ ਜਾਪਾਨੀਆਂ ਦਾ ਅਟੈਕ, ਜਿਸ ਨੇ ਇਹਨਾਂ ਦੇ ਬਹੁਤ ਸਾਰੇ ਜਹਾਜ਼ ਵੀ ਡੋਬੇ, ਡੈਥਸ ਹੋਈਆਂ, ਉਹ ਕਲੋਜ਼ੈਸਟ ਸੀ। ਸੋ ਹੁਣ ਜਦੋਂ ਅੱਜ ਅਸੀਂ ਉਹਨਾਂ 3000 ਤੋਂ ਜ਼ਿਆਦਾ ਜਿਹੜੇ ਮਾਰੇ ਗਏ ਲੋਕ ਨੇ ਉਹਨਾਂ ਨੂੰ ਯਾਦ ਕਰ ਰਹੇ ਹਾਂ, ਥਾਂ ਥਾਂ ਤੇ ਮੈਮੋਰੀਅਲ ਬਣੇ ਨੇ। ਔਰ ਇਹ ਵੀ ਅਮਰੀਕਨਾਂ ਦੀ ਰੈਜ਼ਿਲੀਐਂਟ ਸਪਿਰਿਟ ਹੈ
ਕਿ ਉਹਨਾਂ ਨੇ ਉਸੇ ਹੀ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਜਿਹੜਾ ਇੱਕ ਰਿਮਾਰਕੇਬਲ ਮੈਮੋਰੀਅਲ ਬਣਾਇਆ ਉਸ ਦੇ ਉੱਤੇ ਉਹਨਾਂ ਸਾਰਿਆਂ ਦੇ ਨਾਂ ਲਿਖੇ ਹੋਏ ਨੇ। ਔਰ ਅੱਜ ਬੜਾ ਵੱਡਾ ਸਮਾਗਮ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਜਿੱਥੇ ਕਿ ਬੈਲ ਵਜਾਈ ਜਾਂਦੀ ਹੈ, ਨਾਂ ਪ੍ਰੋਨਾਉਂਸ ਕੀਤਾ ਜਾਂਦਾ ਹੈ। ਔਰ ਇਸ ਸਾਰੇ ਦੇ ਨਾਲ ਇਸੇ ਤਰ੍ਹਾਂ ਪੈਂਟਾਗਨ ਦੇ ਵਿੱਚ ਵੀ ਜਿਹੜਾ ਇੱਕ ਉਸ ਦੇ ਉੱਤੇ ਯਾਦਗਾਰ ਬਣਾਈ ਹੋਈ ਹੈ। ਔਰ ਲੌਂਗ ਆਈਲੈਂਡ ਦੇ ਵਿੱਚ ਵੀ ਇੱਕ ਹੋਰ ਹੈ। ਪਰ ਇੱਕ ਫੈਕਟ ਜਿਹੜਾ ਸ਼ਾਇਦ ਬਹੁਤ ਸਾਰਿਆਂ ਨੂੰ ਪਤਾ ਨਾ ਹੋਏ, ਔਰ ਮੈਂ ਅੱਜ ਹੀ ਕਿਤੇ ਦੇਖ ਰਿਹਾ ਸੀ ਕਿ ਕੱਲਾ ਸਿਰਫ ਇਹ ਨਹੀਂ ਸੀ ਕਿ 3000 ਤੋਂ ਜ਼ਿਆਦਾ ਲੋਕ ਮਾਰੇ ਗਏ, ਪਰ ਜਿਹੜੀਆਂ ਟੌਕਸਿਨਸ ਉਹਦੇ ਚੋਂ ਪੈਦਾ ਹੋਈਆਂ ਜਾਂ ਜਿਹੜੀ ਟੌਕਸਿਸਿਟੀ ਸੀ ਹਵਾ ਦੀ, ਉਸ ਸਾਰੇ ਦੀ, ਉਸ ਨੇ ਕਿੰਨੇ ਲੋਕਾਂ ਨੂੰ ਬਿਮਾਰ ਕੀਤਾ ਜਾਂ ਅੱਜ ਤੱਕ ਉਹ ਬਿਮਾਰ ਨੇ, ਉਹਦੀ ਫਿਗਰ, ਕਿਉਂਕਿ ਇਹਨਾਂ ਨੇ ਇੱਕ ਫੰਡ ਐਸਟੈਬਲਿਸ਼ ਕੀਤਾ ਸੀ ਜਿਸ ਫੰਡ ਦੇ ਵਿੱਚ ਉਹਨਾਂ ਨੂੰ ਮਦਦ ਦਿੱਤੀ ਜਾਣੀ ਸੀ ਜਿਹੜੇ ਕਿ ਉਸ ਹਮਲੇ ਤੋਂ ਬਾਅਦ ਉਹਨਾਂ ਟੌਕਸਿਨਸ ਦੀ ਬਦੌਲਤ ਬਿਮਾਰੀਆਂ ਦਾ ਸ਼ਿਕਾਰ ਹੋਏ। ਸੋ 5.5 ਬਿਲੀਅਨ ਡਾਲਰ, $5.5 ਬਿਲੀਅਨ ਜਿਹੜਾ ਹੈ ਉਹ ਏਡ ਦੇ ਵਿੱਚ ਦਿੱਤਾ ਗਿਆ ਔਰ 51,000 ਲੋਕਾਂ ਨੇ ਉਸ ਦੇ ਲਈ ਅਪਲਾਈ ਕੀਤਾ। ਔਰ ਇੰਨੀ ਵੱਡੀ ਗਿਣਤੀ 'ਚ ਲੋਕ ਬਿਮਾਰ ਹੋਏ ਕਿ ਉਹਨਾਂ ਨੇ ਫਿਰ ਇਸ ਦੇ ਉੱਤੇ ਸਟ੍ਰੈਸ ਵੀ ਕੀਤਾ ਕਿ ਜਿੱਥੇ ਤੁਸੀਂ ਯਾਦਗਾਰ ਮਾਰੇ ਗਿਆਂ ਦੀ ਬਣਾ ਰਹੇ ਹੋ, ਹੁਣ ਇੱਕ ਮੈਮੋਰੀਅਲ ਪਲਾਜ਼ਾ ਜਿਹੜਾ ਉੱਥੇ 6 ਉਸ ਦੇ ਗ੍ਰੇਨਾਈਟ ਸਟਿਕਸ ਦੇ ਨਾਲ ਜਿਹੜਾ ਜਿਸ ਨੂੰ ਖੜਾ ਕੀਤਾ ਗਿਆ ਹੈ, ਉਸ ਦੇ ਉੱਤੇ ਲਫ਼ਜ਼ ਵੀ ਜਿਹੜੇ ਨੇ ਲਿਖੇ ਗਏ ਨੇ, ਟੂ ਦੋਜ਼ whose actions in our time of need led to their injury, sickness and death. No one is named specifically. So ਇਹ 6 ਲਾਰਜ ਸਟਿਕਸ ਨੇ ਗ੍ਰੇਨਾਈਟ ਦੀਆਂ ਜਿਨ੍ਹਾਂ ਨੂੰ ਇਨਲੇਡ ਕੀਤਾ ਹੋਇਆ ਸਾਲਵੇਜ ਟ੍ਰੇਡ ਸੈਂਟਰ ਸਟੀਲ ਦੇ ਨਾਲ, ਤੇ ਇਹ ਉਹਨਾਂ ਦੀ ਯਾਦ 'ਚ ਵੀ ਜਿਹੜੇ ਜ਼ਖਮੀ ਹੋਏ ਔਰ ਇਹ ਉਹਨਾਂ ਨੂੰ ਸਮਰਪਿਤ ਕੀਤਾ ਗਿਆ। ਔਰ ਜਿਵੇਂ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿਹਾ, ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਜਦੋਂ ਬਹਾਦਰੀ ਦੀ ਗੱਲ ਕਰਦੇ ਹਾਂ, ਲੋਕਾਂ ਦੀ ਸੇਵਾ ਜਾਂ ਖਿਦਮਤ ਦੀ ਗੱਲ ਕਰਦੇ ਹਾਂ, ਤੇ ਫਿਰ ਅੱਜ ਦਾ ਦਿਨ ਉਹਨਾਂ ਫਾਇਰ ਫਾਈਟਰਸ ਨੂੰ ਜਾਂਦਾ ਹੈ ਜਿਨ੍ਹਾਂ ਨੇ ਲੋਕ ਮਰ ਰਹੇ ਨੇ, ਅੰਦਰੋਂ ਬਾਹਰ ਨੂੰ ਦੌੜ ਰਹੇ ਨੇ, ਔਰ ਫਾਇਰ ਫਾਈਟਰ ਜਿਹੜੇ ਨੇ ਆਪਣੀ ਲਾਈਨ ਆਫ ਡਿਊਟੀ ਆਪਣੀ ਸਿਰ ਤਲੀ ਤੇ ਰੱਖਣਾ, ਮੈਂ ਸਮਝਦਾ ਇਹ ਹੈ ਜਾਨਾਂ ਨੂੰ ਖਤਰੇ 'ਚ ਪਾ ਕੇ ਅੰਦਰ ਨੂੰ ਦੌੜ ਰਹੇ ਨੇ ਤਾਂ ਕਿ ਉਹਨਾਂ ਨੂੰ ਸੇਫਲੀ ਬਾਹਰ ਕੱਢਣ। ਔਰ ਉਸ ਸਾਰੇ ਦੇ ਵਿੱਚ 160 ਦੇ ਕਰੀਬ ਫਾਇਰ ਫਾਈਟਰ ਮਾਰੇ ਗਏ। ਔਰ ਮੇਰਾ ਖਿਆਲ ਹੈ ਕਿ ਜਿਹੜੇ ਬਹੁਤ ਸਾਰੇ ਇਸ ਟੌਕਸਿਨਸ ਦੀ ਬਦੌਲਤ ਇੰਜਰਡ ਔਰ ਸਿੱਖ ਹੋਏ ਲੰਬਾ ਵਕਤ, ਉਹਨਾਂ ਦੇ ਵਿੱਚ ਫਾਇਰ ਫਾਈਟਰ ਹੀ ਹੋਣਗੇ। ਔਰ ਦੂਸਰਾ ਪਾਰਟ ਬੇਸ਼ੱਕ ਵਾਸ਼ਿੰਗਟਨ ਦੇ ਵਿੱਚ ਬੈਠਿਆ ਜਾਂ ਵਾਈਟ ਹਾਊਸ ਜਾਂ ਉਹਨਾਂ ਦੀ ਕਾਂਗਰਸ ਕੀ ਨੀਤੀਆਂ ਬਣਦੀਆਂ ਨੇ, ਪਰ ਮੈਂ ਸਮਝਦਾ ਹਾਂ ਵੀ ਜਿਹੜੀ ਚੀਜ਼ ਫੇਅਰ ਹੈ, ਜਿੱਥੇ ਤੁਹਾਡਾ ਜਿਹੜਾ ਉਸ ਨੂੰ ਕ੍ਰੈਡਿਟ ਦੇਣਾ ਬਣਦਾ ਹੈ। ਮਿਸਟਰ ਜਿਲਵਾਨੀ ਜਿਹੜੇ ਨੇ ਉਹ ਮੇਅਰ ਸੀ ਨਿਊਯਾਰਕ ਦੇ, ਔਰ ਉਹ ਫੌਰਨ ਸਾਈਟ ਦੇ ਉੱਤੇ ਪਹੁੰਚੇ ਜਿਵੇਂ ਇੱਕ ਫਰਜ਼ ਹੁੰਦਾ ਹੈ ਸੋਲਜਰ ਦਾ, ਔਰ ਉਹਨਾਂ ਨੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਕਿ ਪ੍ਰੋਪਰ ਰੈਸਕਿਊ ਆਪਰੇਸ਼ਨ ਹੋਏ। ਔਰ ਨਿਊਯਾਰਕ ਦੇ ਜਿੰਨੇ ਗੁਰਦੁਆਰੇ, ਮੰਦਰ, ਮਸੀਤਾਂ, ਸਭ ਦੇ ਬਾਹਰ ਪੁਲਿਸ ਤਾਇਨਾਤ ਕੀਤੀ ਤਾਂ ਕਿ ਕੋਈ ਨਫ਼ਰਤ ਦੇ ਨਾਲ ਕੋਈ ਇਹਨਾਂ ਦੇ ਉੱਤੇ ਹਮਲੇ ਨਾ ਕਰੇ। ਸੋ ਇਹ ਮੈਂ ਸਮਝਦਾ ਵੀ ਜਦੋਂ ਅਸੀਂ ਇੱਕ ਪਾਸੇ ਪਾਲਿਸੀ ਮੇਕਰ ਕੀ ਕਰਦੇ ਨੇ, ਉਹਨਾਂ ਨੂੰ ਹਮੇਸ਼ਾ ਹੀ, ਕਿਉਂਕਿ ਇਹ ਵੀ ਇਸ ਮੁਲਕ ਦੀ ਖੂਬਸੂਰਤੀ ਹੈ ਕਿ ਤੁਹਾਨੂੰ ਇਹ ਹੱਕ ਹੈ ਕਿ ਜਿੱਥੇ ਤੁਸੀਂ ਸਮਝਦੇ ਹੋ ਕਿ ਕੋਈ ਗੱਲ ਠੀਕ ਨਹੀਂ ਹੈ, ਤੁਸੀਂ ਉਸ ਨੂੰ ਕ੍ਰਿਟਿਸਾਈਜ਼ ਕਰਨ ਦਾ ਹੱਕ ਰੱਖਦੇ ਹੋ। ਪਰ ਇਹ ਵੀ ਕਿ ਮੁੱਢਲੇ ਤੌਰ ਦੇ ਉੱਤੇ ਐਡਮਿਨਿਸਟ੍ਰੇਸ਼ਨ ਕਿਵੇਂ ਪੱਬਾਂ ਭਾਰ ਹੋਇਆ, ਕਿਵੇਂ ਅਮਰੀਕਾ ਭਰ ਦੇ ਵਿੱਚ ਉਹਨਾਂ ਨੇ ਜਿਹੜਾ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸਾਰਾ ਆਪਰੇਸ਼ਨ ਸੀ ਡਿਫੈਂਸ ਦਾ, ਲੋਕਾਂ ਨੂੰ ਅਸ਼ੋਰ ਕਰਨ ਦਾ, ਔਰ ਕਿਸ ਤਰੀਕੇ ਦੇ ਨਾਲ ਅੱਜ ਤੱਕ 17-18 ਸਾਲਾਂ 'ਚ ਫਿਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਕੋਈ ਹੋਰ ਵੱਡੀ ਘਟਨਾ ਥੋੜੀ ਬਹੁਤ ਇਸ ਤਰ੍ਹਾਂ ਰਿਲੇਟਡ ਇੰਡੀਵਿਜੂਅਲ ਦਹਿਸ਼ਤਗਰਦੀ ਤਾਂ ਬਰਾਬਰ ਰਹੀ ਹੈ, ਲੇਕਿਨ ਕੋਈ ਵੀ ਐਸੀ ਘਟਨਾ ਮੁੜ ਕੇ ਨਹੀਂ ਵਾਪਰੀ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 9/11 ਨੇ ਕੁੱਲ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ। ਔਰ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਥੱਲੇ ਫਿਰ ਅਮਰੀਕਾ ਦੀ ਫੌਜ ਨੇ ਜ਼ਾਹਰ ਹੈ ਕਿ ਬੇਸ਼ੱਕ ਜਿਹੜੇ 18 ਜਾਂ 19 ਜਿਹੜੇ ਇਸ ਦੇ ਲਈ ਨਾਮਜ਼ਦ ਕੀਤੇ ਗਏ, ਜਿਨ੍ਹਾਂ ਨੇ 에ਅਰ ਜੈਕ ਕੀਤਾ ਜਹਾਜ਼ਾਂ ਨੂੰ, ਕਿ ਵੀ ਉਹ ਜ਼ਿੰਮੇਵਾਰ ਸੀ, ਉਹਨਾਂ 'ਚੋਂ ਕੋਈ ਵੀ ਅਫਗਾਨੀ ਜਾਂ ਪਾਕਿਸਤਾਨੀ ਨਹੀਂ ਸੀ। ਬਹੁਤ ਸਾਰੇ ਉਹਨਾਂ 'ਚੋਂ ਸਾਊਦੀ ਅਰੇਬੀਆ ਦੇ ਔਰ ਇਜਿਪਟ ਦੇ ਨਾਲ ਸੰਬੰਧਿਤ ਸੀ। ਲੇਕਿਨ ਕਿਉਂਕਿ ਇਹਦੀ ਜ਼ਿੰਮੇਵਾਰੀ ਅਲ ਕਾਇਦਾ ਨੇ ਲਈ, ਮੈਂ ਇਸ 'ਚ
'ਚ ਨਹੀਂ ਜਾਵਾਂਗਾ। ਜਿਹੜੀ ਕੰਸਪੀਰੇਸੀ ਥਿਊਰੀ ਅੱਜ ਵੀ ਹੁੰਦੀ ਹੈ ਕਿ ਹੋਇਆ ਨਹੀਂ ਹੋਇਆ, ਕਿਨੇ ਕੀ ਕੀਤਾ ਹੈ, ਲੇਕਿਨ ਅਸੀਂ ਐਜ਼ ਏ ਕਾਮਨ ਮੈਨ ਜਦੋਂ ਉਹਨਾਂ ਨੂੰ ਦੇਖਦੇ ਆ ਫੈਕਟਸ ਨੂੰ ਕਿ ਉਹ ਜਿਸ ਨੇ ਜ਼ਿੰਮੇਵਾਰੀ ਲਈ ਅਲ-ਕਾਇਦਾ, ਜਿਹਦਾ ਮੁਖੀ ਉਸਾਮਾ ਬਿਨ ਲੈਡਨ ਸੀ, ਉਹਨਾਂ ਦਾ ਬੇਸ ਅਫਗਾਨਿਸਤਾਨ ਦੇ ਵਿੱਚ ਸੀ। ਅਫਗਾਨਿਸਤਾਨ ਦੇ ਵਿੱਚ 1996-97 ਦੇ ਵਿੱਚ ਤਾਲਿਬਾਨ ਹਕੂਮਤ ਜਿਹੜੀ ਹੈ ਉਹ ਹੋਂਦ ਦੇ ਵਿੱਚ ਆਈ ਸੀ ਲੰਬੀ ਸਿਵਲ ਵਾਰ ਤੋਂ ਬਾਅਦ, ਔਰ ਉਸ ਨੂੰ ਪਾਕਿਸਤਾਨ, ਸਾਊਦੀ ਅਰੇਬੀਆ ਔਰ UAE ਇਹਨਾਂ ਹਕੂਮਤਾਂ ਨੇ ਤਸਲੀਮ ਕੀਤਾ ਹੋਇਆ ਸੀ। ਸੋ ਜਦੋਂ ਇਹ UN ਸਿਕਿਉਰਿਟੀ ਕਾਉਂਸਲ, ਕਿਉਂਕਿ ਜਿਹੜੇ ਮਾਰੇ ਗਏ 3000 ਚ ਇਕੱਲੇ ਅਮਰੀਕਨ ਨਹੀਂ ਸੀ, ਵਰਲਡ ਟ੍ਰੇਡ ਸੈਂਟਰ ਹੈਡਕੁਆਰਟਰ ਹੈ ਦੁਨੀਆ ਦੇ, ਟ੍ਰੇਡ ਬਹੁਤ ਸਾਰੇ ਦਫ਼ਤਰ ਦੂਜੇ ਉਹਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਸ਼ਹਿਰੀ ਸੀ, ਔਰ ਉਹਨਾਂ ਨੂੰ ਕੋਈ ਸਿਕਿਉਰਿਟੀ ਕਾਉਂਸਲ ਚ ਨਾਮਜ਼ਦ ਕਰਨ ਚ ਕਿ ਭਾਈ ਕੌਣ ਹੈ ਔਰ ਉਹਦੇ ਤੇ ਕਿਵੇਂ ਸਾਂਝਾ ਐਕਸ਼ਨ ਲਿਆ ਜਾਣਾ ਚਾਹੀਦਾ ਹੈ, ਕੋਈ ਹੈਜ਼ਿਟੇਸ਼ਨ ਨਹੀਂ ਸੀ। ਸੋ ਜ਼ਾਹਰ ਹੈ ਕਿ ਅਮਰੀਕਾ ਨੇ ਉਹਨਾਂ ਨੂੰ ਜਿਹੜਾ ਹੈ ਤਾਲਿਬਾਨ ਹਕੂਮਤ ਨੂੰ ਕਿਹਾ ਕਿ ਭਾਈ ਇਹਨੂੰ ਸਾਡੇ ਹਵਾਲੇ ਕਰੋ ਜਾਂ ਕੱਢੋ। ਉਹਨਾਂ ਦੀਆਂ ਆਪਣੀਆਂ ਟ੍ਰੈਡੀਸ਼ਨਸ ਨੇ, ਆਪਣੀ ਕਬੀਲਿਆਂ ਦੀਆਂ ਰਵਾਇਤਾਂ ਨੇ, ਔਰ ਉਸ ਚੋਂ ਹੀ ਅਸੀਂ ਦੇਖਦੇ ਹਾਂ ਕਿ ਫਿਰ ਜਿਹੜਾ 18 ਸਾਲ ਤੋਂ ਚੱਲ ਰਿਹਾ ਉੱਥੇ ਕਨਫਲਿਕਟ ਹੈ ਜਿਹੜਾ ਕਿਸੇ ਕੰਢੇ ਅੱਜ ਤੱਕ ਨਹੀਂ ਲੱਗਾ, ਔਰ ਇਸ ਸਾਰੇ ਦੇ ਵਿੱਚ ਅੱਗੋਂ ਅਮਰੀਕਾ ਦੇ 3000 ਤੋਂ ਜ਼ਿਆਦਾ ਜਿਹੜੇ ਸੋਲਜਰ ਨੇ ਉਹ ਮਾਰੇ ਗਏ, ਔਰ ਜਿਹੜੇ ਜ਼ਖਮੀ ਨੇ ਉਹ ਕਿਤੇ ਫਿਗਰ 15000 ਹੁੰਦੀ ਹੈ, ਕਿਤੇ 20000 ਹੁੰਦੀ ਹੈ, ਬਾਕੀ ਨੈਟੋ ਫੋਰਸਿਸ ਦੇ ਵੀ ਨੇ। ਲੇਕਿਨ ਜਿਹੜੀ ਸਿਕਨੈਸ ਵਾਲਾ ਹੈ, ਕਿਉਂਕਿ ਫਿਗਰਸ ਬਹੁਤ ਵਾਰ ਸਾਹਮਣੇ ਨਹੀਂ ਆਉਂਦੀਆਂ, ਜਿਹੜੇ ਲੋਕ ਉੱਥੋਂ ਮੁੜਦੇ ਨੇ ਉਹ ਕਿਸ ਕਦਰ ਮੈਂਟਲ ਡਿਪਰੈਸ਼ਨ ਦਾ ਜਾਂ ਹੋਰ ਕਿਸਮ ਦਾ ਜਿਹੜਾ ਉਹ ਵੀ ਸ਼ਿਕਾਰ ਹੁੰਦੇ ਨੇ। ਉਹਨਾਂ ਚੋਂ ਜਿਹੜੇ ਇੱਕ ਦੋ ਸੀਰੀਅਲ ਕਿਲਰ ਨਿਕਲੇ ਜਿਨ੍ਹਾਂ ਨੇ ਮਾਰੇ ਜਾਂ ਵਾਇਲੈਂਸ ਕੀਤੀ, ਜਾਂ ਆਪਣੇ ਘਰਾਂ ਦੇ ਵਿੱਚ ਵੀ ਜਿਨ੍ਹਾਂ ਨੇ ਵਾਇਲੈਂਸ ਕੀਤੀ, ਉਹਨਾਂ ਦੇ ਵਿੱਚ ਬਹੁਤ ਸਾਰੇ ਇਸ ਕਿਸਮ ਦੇ ਨੇ। ਕਿਉਂਕਿ ਜੰਗ ਹੁੰਦਾ ਹੈ, ਔਰ ਜਦੋਂ ਤੁਸੀਂ ਉਸ ਜੰਗ ਦੇ ਫੀਲਡ 'ਚ ਹੁੰਦੇ ਹੋ, ਖਾਸ ਤੌਰ ਤੇ ਅਫਗਾਨਿਸਤਾਨ ਜਿਹੜਾ ਇੱਕ ਪਹਾੜੀ ਇਲਾਕਾ ਔਰ ਜਿਸ ਕਿਸਮ ਦਾ ਉਹ ਸਾਰੇ ਦਾ ਵਰਤਾਰਾ ਹੈ, ਉਹਦੇ 'ਚ ਇੱਕ ਆਪਣੀ ਕਿਸਮ ਦੀ ਸਟ੍ਰੈਸ ਹੁੰਦੀ ਹੈ, ਆਪਣੇ ਘਰਾਂ ਤੋਂ ਦੂਰ, ਆਪਣੇ ਬੱਚਿਆਂ ਤੋਂ ਦੂਰ, ਔਰ ਉਹਨਾਂ ਚੋਂ ਬਹੁਤ ਸਾਰੇ ਯੰਗ ਮੈਨ, ਕਈ 18 ਸਾਲ ਨਿਕਲਦੇ ਆ ਤਾਂ ਕਈ ਭਰਤੀ ਹੋਏ ਹੁੰਦੇ ਨੇ, ਔਰ ਉਹਨਾਂ 'ਚ ਵੀ ਬਹੁਤ ਸਾਰੇ ਜਿਹੜੇ ਨੇ ਉਹ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਜਿਹੜੇ ਸੋਲਜਰ ਜਾਂ ਈਵਨ ਉਹਨਾਂ 'ਚ ਅਫਰੀਕਨ ਅਮਰੀਕਨ ਆਪਣੀ ਪੋਪੂਲੇਸ਼ਨ ਨਾਲੋਂ ਵੱਡੀ ਗਿਣਤੀ 'ਚ ਨੇ। ਸੋ ਕੁੱਲ ਮਿਲਾ ਕੇ ਉਹ ਇੱਕ ਦੁਖਾਂਤ ਹੈ। ਪਰ ਇਸ ਦੇ ਨਾਲ ਜਿਵੇਂ ਕਾਮਨ ਸ਼ਹਿਰੀਆਂ ਨੇ, ਅਫਗਾਨ ਲੋਕਾਂ ਨੇ ਸਫਰ ਕੀਤਾ ਹੈ, ਕਿਉਂਕਿ ਅਮਰੀਕਾ ਨੇ ਆਪਣਾ ਸਾਰਾ ਮਿਲਟਰੀ ਮਾਈਟ ਉੱਥੇ ਝੋਂਕਿਆ, ਉਹ ਰੋਜ਼ੀ ਕਟਰ, ਡੇਜ਼ੀ ਕਟਰ, ਪਤਾ ਨਹੀਂ ਕੀ ਕਟਰ, ਕਿਵੇਂ ਬੰਬਾਰਡਮੈਂਟਸ ਕੀਤੀਆਂ ਔਰ ਕਿੰਨੇ ਲੋਕ ਮਾਰੇ ਗਏ ਅਫਗਾਨ। ਇਹ ਫਿਗਰ ਕਦੇ ਵੀ ਸਾਹਮਣੇ ਨਹੀਂ ਆਏਗੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਕਈ ਥਾਵਾਂ ਦੇ ਉੱਤੇ ਕਾਰਪੇਟ ਟੂ ਕਾਰਪੇਟ ਬੰਬਿੰਗ ਵਾਲਾ ਹਾਲ ਵੀ ਕੀਤਾ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਿੰਨੇ ਡਰੋਨ ਹਮਲਿਆਂ ਦੇ ਵਿੱਚ ਸੈਂਕੜਿਆਂ ਲੋਕ ਮਾਰੇ, ਇੰਨੇ ਡਰੋਨ ਹਮਲੇ ਪਹਿਲਾਂ ਇਨਸਾਨੀ ਹਿਸਟਰੀ 'ਚ ਜਾਂ ਜਦੋਂ ਦੇ ਡਰੋਨ ਹੋਣ ਚਾਹੇ ਨੇ ਇਹ ਕਿਤੇ ਨਹੀਂ ਹੋਏ ਹੋਣਗੇ। ਸੋ ਇਹ ਇੱਕ ਵੱਖਰੀ ਟ੍ਰੈਜੇਡੀ ਹੈ, ਔਰ 18 ਸਾਲ ਬਾਅਦ ਵੀ ਕੋਈ ਇਹ ਨਹੀਂ ਹੈ ਕਿ ਅਮਰੀਕਾ, ਇਹ ਠੀਕ ਹੈ ਵੀ 10 ਸਾਲ ਬਾਅਦ ਅਮਰੀਕਾ ਨੇ ਇਹ ਜਿਹੜੀ ਹੈ ਜਿੱਤ ਹਾਸਲ ਕੀਤੀ ਕਿ ਉਸਾਮਾ ਬਿਨ ਲੈਡਨ ਐਬਟਾਬਾਦ ਸ਼ਹਿਰ ਦੇ ਵਿੱਚ ਮਾਰਿਆ ਗਿਆ। ਇੱਕ ਹਵਾਈ ਹਮਲਾ ਉਹਨਾਂ ਨੇ ਆਪਣੇ ਜਿਹੜਾ ਖੁਫੀਆ ਜੋ ਵੀ ਉਹਨਾਂ ਨੇ ਸੀਕ੍ਰੇਟਸ ਕੱਢੀਆਂ। ਸੋ ਚੰਗਾ ਹੁੰਦਾ ਕਿ ਵੀ ਜੇ ਉਦੋਂ ਪ੍ਰੈਜ਼ੀਡੈਂਟ ਓਬਾਮਾ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਇਹ ਕਹਿ ਕੇ ਕਿ ਮਿਸ਼ਨ ਅਕੰਪਲਿਸ਼ਡ, ਉਹ ਸਾਰੇ ਚੋਂ ਜਿਹੜਾ ਕੁਐਗਮਾਇਰ ਹੈ, ਅਸੀਂ ਦਲਦਲ 'ਚ ਫਸੇ ਹੋਏ ਨੇ, ਉੱਥੋਂ ਨਿਕਲ ਆਉਂਦੇ। ਪਰ ਬਹੁਤ ਵਾਰ ਮਜ਼ਬੂਤ ਲੀਡਰਸ਼ਿਪ ਚਾਹੀਦੀ ਹੁੰਦੀ ਹੈ ਜਦੋਂ ਤੁਸੀਂ ਕੋਈ ਮੇਕ ਔਰ ਬ੍ਰੇਕ ਫੈਸਲੇ ਲੈਂਦੇ ਹੋ, ਔਰ ਇਸ ਸਾਰੇ ਦੇ ਬਾਵਜੂਦ ਇਸ ਗੱਲ ਨੂੰ ਵੀ 7 ਸਾਲ ਅੱਗੋਂ ਹੋ ਗਏ ਨੇ, ਔਰ ਹੁਣ ਇਸ ਗੱਲ ਦੀ ਹੋਪ ਸੀ ਕਿਉਂਕਿ ਪਿਛਲੇ ਲਗਭਗ 1.5-2 ਸਾਲ ਤੋਂ ਜਿਹੜਾ ਉਹ ਗੱਲਬਾਤ ਚੱਲ ਰਹੀ ਸੀ। ਅਮਰੀਕਾ ਨੇ ਜਿਹੜਾ ਉਹ ਜ਼ਲਮ ਖਲੀਲਜ਼ਾਦ ਜਿਸ ਨੂੰ ਅਪਾਇੰਟ ਕੀਤਾ ਸੀ ਤਾਲਿਬਾਨ ਦੇ ਨੁਮਾਇੰਦਿਆਂ ਨਾਲ 8-9 ਦੌਰ ਗੱਲਬਾਤ ਦੇ ਹੋਏ ਸੀ, ਗੱਲਬਾਤ ਫਾਈਨਲ ਹੋ ਚੁੱਕੀ ਸੀ, ਔਰ ਇਸ ਗੱਲ ਦੀ ਹੋਪ ਸੀ ਕਿ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ 9/11 ਨੂੰ ਕੈਂਪ ਡੇਵਿਡ ਦੇ ਵਿੱਚ, ਜਿੱਥੇ ਪੂਰੀ ਤਿਆਰੀ ਸੀ, ਕਤਰ ਤੋਂ ਉਹਨਾਂ ਦੀ ਤਾਲਿਬਾਨ ਦੀ ਲੀਡਰਸ਼ਿਪ ਨੇ ਫਲਾਈ ਕਰਨਾ ਸੀ, ਔਰ ਕੈਂਪ ਡੇਵਿਡ ਦੇ ਵਿੱਚ ਉਸ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਜਾਣੇ ਸੀ ਜਿਹਦੇ ਥੱਲੇ ਅਮਰੀਕਾ ਨੇ ਉੱਥੋਂ ਆਪਣੀ ਵਿਦਡਰਾਅਲ ਕਰਨੀ ਸੀ, ਔਰ ਤਾਲਿਬਾਨ ਨੇ ਵੀ ਅਸ਼ੋਰ ਕਰਨਾ ਸੀ ਕਿ ਵਾਪਸ ਉਹ ਉੱਥੇ ਦਹਿਸ਼ਤਗਰਦੀ ਦੇ ਉਹਨਾਂ ਨੂੰ ਅੱਡੇ ਨਹੀਂ ਬਣਨ ਦੇਣਗੇ,
ਔਰ ਬਾਕੀ ਜ਼ਿਆਦਤੀਆਂ ਨਹੀਂ ਕਰਨਗੇ। ਬਿਲਕੁਲ। ਹੁਣ 12th ਆਵਰ ਕੀ ਹੋਇਆ, ਹਾਲਾਂ ਜਿਵੇਂ ਮੈਂ ਕੱਲ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਕਈ ਵਾਰੀ ਗੱਲਬਾਤ ਸ਼ੁਰੂ ਕਰਨ ਵੇਲੇ ਹਿਕਅਪਸ ਹੁੰਦੇ ਨੇ, ਜੀ ਕਈ ਵਾਰੀ ਜਦੋਂ ਕਲੋਜ਼ਿੰਗ ਹੁੰਦੀ ਹੈ ਉਦੋਂ ਪ੍ਰੈਸ਼ਰ ਹੋ ਰਿਹਾ, ਪਰ ਜਿਹੜਾ ਇਮੀਡੀਏਟ ਕਾਰਨ ਅਮਰੀਕਾ ਵੱਲੋਂ ਦਿੱਤਾ ਗਿਆ, ਜਿਹੜਾ ਲਾਸਟ ਦਹਿਸ਼ਤਗਰਦ ਹਮਲਾ ਐਨ 2 ਦਿਨ ਪਹਿਲਾਂ ਹੋਇਆ, ਜਿਹਦੇ 'ਚ ਇੱਕ ਅਮਰੀਕਾ ਦਾ ਮੇਜਰ ਜਨਰਲ ਜਿਹੜਾ ਉਹ ਵੀ ਮਾਰਿਆ ਗਿਆ, 11 ਜਾਂ 12 ਲੋਕ ਮਰੇ। ਉਸ ਤੋਂ ਪਹਿਲਾਂ ਕੁੰਦੂਜ਼ ਤੇ ਅਟੈਕ ਹੋਇਆ, ਜੀ ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ ਕੱਲ ਈਵਨ ਇੱਕ ਰਾਕਟ ਜਿਹੜਾ ਉਹ ਅਮਰੀਕਨ ਐਮਬੈਸੀ ਦੇ ਨੇੜੇ ਤੇੜੇ ਕੰਪਾਊਂਡਸ ਵੀ ਆ ਕੇ ਡਿੱਗੇ। ਲੇਕਿਨ ਉਸ ਜਿਹਦੇ 'ਚ ਅਮਰੀਕਨ ਮੇਜਰ ਜਨਰਲ ਮਾਰਿਆ ਗਿਆ ਉਹਨੂੰ ਆਧਾਰ ਬਣਾ ਕੇ ਟਰੰਪ ਨੇ ਸਾਰੀ ਜਿਹੜੀ ਹੈ ਨੈਗੋਸ਼ੀਏਸ਼ਨ ਉਹ ਖਤਮ ਕਰ ਦਿੱਤੀ ਵਕਤੀ ਤੌਰ ਤੇ। ਲੇਕਿਨ ਜਿਵੇਂ ਕੱਲ ਜੌਨ ਬੋਲਟਨ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਟਰੰਪ ਦਾ, ਉਸ ਨੂੰ ਆਲਮੋਸਟ ਭਾਵੇਂ ਅਸਤੀਫਾ ਕਿਹਾ ਗਿਆ, ਫਾਇਰ ਵਾਂਗ ਹੀ ਹੋਇਆ। ਉਸ ਤੋਂ ਬਾਅਦ ਅੱਜ ਇਹ ਵੀ ਹੋਪ ਜਤਾਈ ਗਈ ਹੈ ਵੀ ਹੋ ਸਕਦਾ ਹੈ, ਕਿਉਂਕਿ ਇਹ ਬਹੁਤ ਵਾਰ ਮੌਂਗਰਿੰਗ ਕਿਸਮ ਦਾ ਸੀ ਜਿਵੇਂ ਇਸ ਦੀ ਬਾਕੀ ਮਾਈਕ ਪੋਂਪੀਓ ਹੈ ਜਾਂ ਦੂਜੇ ਨੇ, ਔਰ ਇਹ ਅਫਗਾਨਿਸਤਾਨ ਦੇ ਸਮਝੌਤੇ ਦੇ ਵੀ ਹੱਕ 'ਚ ਨਹੀਂ ਸੀ। ਹੋ ਸਕਦਾ ਹੈ ਕਿ ਇਸ ਸਾਰੇ ਤੋਂ ਬਾਅਦ ਜੇ ਤਾਂ ਅੱਜ ਇਹ ਫੰਕਸ਼ਨ ਕੈਂਪ ਡੇਵਿਡ 'ਚ ਹੁੰਦਾ ਤੇ ਟਰੰਪ ਦੇ ਲਈ ਵੀ ਇਹ ਹੁੰਦਾ, ਕਿਉਂਕਿ ਆਪਣੀ ਇਲੈਕਸ਼ਨ ਕੈਂਪੇਨ ਵੇਲੇ ਟਰੰਪ ਨੇ ਇਹ ਪਲੇਜ ਕੀਤਾ ਸੀ ਕਿ ਉਹ ਇਰਾਕ ਔਰ ਅਫਗਾਨਿਸਤਾਨ 'ਚੋਂ ਫੌਜ ਵਾਪਸ ਕੱਢੇਗਾ। ਇਰਾਕ 'ਚੋਂ ਕਾਫੀ ਫੌਜ ਕੱਢੀ, ਜਿਹਨੂੰ ਜੌਨ ਬੋਲਟਨ ਨੇ ਪਸੰਦ ਨਹੀਂ ਸੀ ਕੀਤਾ। ਅਫਗਾਨਿਸਤਾਨ ਬਾਰੇ ਵੀ ਇਹਦੀ ਜਿਵੇਂ ਹਾਕ ਦੇ ਡਵ ਪਾਲਿਸੀ ਹੁੰਦੀ ਹੈ, ਪਰ ਕਪਲ ਆਫ ਮੋਰ ਫੈਕਟਰਸ ਨੇ, ਕੋਈ ਇੱਕ ਬੰਦੇ ਦੇ ਨਾਲ ਜੁੜਿਆ ਹੋਇਆ ਨਹੀਂ ਹੈ। ਬਹੁਤ ਸਾਰੇ ਇੰਟਰਸਟ, ਵੱਡੇ ਵੱਡੇ ਠੇਕੇਦਾਰ, ਵੱਡੇ ਵੱਡੇ ਲੌਬਿਸਟ, ਵੱਡੇ ਵੱਡੇ ਡਿਫੈਂਸ ਸਟ੍ਰੈਟੇਜਿਸਟ, ਔਰ ਉਹ ਵੀ ਅਮਰੀਕਾ ਦੇ ਜਿਨ੍ਹਾਂ ਦੀ ਕਾਊਬॉय ਮੈਂਟੈਲਿਟੀ ਹੈ, ਕਿਉਂਕਿ ਟੈਕਸਨ ਕਾਊਬॉयਜ਼ ਦਾ ਜਿਹਦੇ 'ਚ ਹੁੰਦਾ ਹੈ ਕਿ ਵੀ ਸਾਨੂੰ ਕੌਣ ਹਰਾ ਸਕਦਾ ਹੈ, ਹਮਾਰੀ ਮੂੰਹ ਛੂਚੀ। ਸੋ ਉਹ ਅਜੇ ਮੰਨਣ ਨੂੰ ਤਿਆਰ ਨਹੀਂ, ਉਹਨਾਂ ਨੂੰ ਸਵਾਲੋਂ ਨਹੀਂ ਹੋ ਰਿਹਾ ਕਿ ਵੀ ਕੱਲ ਨੂੰ ਹਿਸਟਰੀ ਇਹ ਕਹੇਗੀ ਕਿ ਸੁਪਰ ਪਾਵਰ ਡਿਫੀਟਡ ਬਾਈ ਕੇਵਮੈਨ, ਕਿ ਗੁਫਾਵਾਂ 'ਚ ਰਹਿਣ ਵਾਲੇ ਲੋਕ ਜਿਨ੍ਹਾਂ ਦੇ ਬਹੁਤਿਆਂ ਦੇ ਪੈਰਾਂ 'ਚ ਜੁੱਤੀਆਂ ਵੀ ਨਹੀਂ ਹੈ। ਪਿੱਛੇ ਇੱਕ ਵੀਡੀਓ ਆਈ ਜਦੋਂ ਉਹ ਕੁੰਦੂਜ਼ ਨੂੰ ਮਾਰਚ ਕਰ ਰਹੇ ਨੇ, ਉਹਨਾਂ ਦਾ ਵੱਡਾ ਗਰੁੱਪ ਹੈ ਔਰ ਉਹਨਾਂ 'ਚ ਕਈਆਂ ਦੇ ਪੈਰਾਂ 'ਚ ਜਿਹੜੇ ਆ ਜੁੱਤੀਆਂ ਵੀ ਨਹੀਂ ਨੇ। ਤੇ ਹੁਣ ਹੈ ਤਾਂ ਹਿਸਟਰੀ 'ਚ ਅਮਰੀਕਾ ਵਰਗੀ ਸੁਪਰ ਪਾਵਰ ਜਿਹੜੀ ਵਿਕਟਮ ਵੀ ਬਣੀ 18 ਸਾਲ ਪਹਿਲਾਂ ਜਦੋਂ ਕਿ ਇੱਥੇ ਲੋਕ ਮਾਰੇ ਗਏ, ਔਰ 18 ਸਾਲ ਬਾਅਦ ਵੀ ਉਹ ਉੱਥੇ ਜਿੱਤਣਾ ਦੇ ਕੀ ਸੀ, ਮਤਲਬ ਉਹਨਾਂ ਦੀ ਹਿਊਮਿਲੇਸ਼ਨ ਹੋ ਰਹੀ ਹੈ। ਪਰ ਫਿਰ ਵੀ ਕਈ ਵਾਰ ਜਿਹੜੀਆਂ ਪਾਲਿਸੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਗਰਾਊਂਡ ਰਿਐਲਿਟੀ ਦੇਖਣ ਤੋਂ ਇਨਕਾਰੀ ਲੋਕ ਵੀ ਹੁੰਦੇ ਨੇ, ਔਰ ਫਾਲਸ ਪ੍ਰਾਈਡ, ਝੂਠਾ ਪ੍ਰਾਈਡ ਜਿਹੜਾ ਜਿਵੇਂ ਕਿ ਮੋਦੀ ਔਰ ਉਸ ਦੀ ਹਕੂਮਤ 1 ਮਿਲੀਅਨ ਫੌਜ ਕਸ਼ਮੀਰ 'ਚ ਰੱਖ ਕੇ ਉਹਨਾਂ ਦੇ ਜਰਨੈਲ ਨੂੰ ਕਹਿੰਦੇ ਬਿਲਕੁਲ ਨਾਰਮਲਸੀ ਹੈ ਔਰ ਬਿਲਕੁਲ ਕੋਈ ਉੱਥੇ ਨਹੀਂ ਹੋਇਆ, ਕੋਈ ਕੋ ਰੱਖਿਆ ਉਹਨਾਂ ਨੇ ਪੱਗ ਵਾਲਾ ਜਮੂਰਾ ਰੈਂਟਾ ਸਿੱਖ ਢਿੱਲੋਂ ਮੇਜਰ ਜਨਰਲ ਕੇ ਕੀ ਹੈਗਾ, ਉਹ ਬਰੀਫ ਕਰ ਰਿਹਾ ਕਿ ਜੀ ਜਿੰਨਾ ਪੀਸਫੁਲ ਇਹ 6 ਹਫ਼ਤੇ ਰਹੇ ਨੇ ਕਸ਼ਮੀਰ ਦੀ ਹਿਸਟਰੀ 'ਚ ਕਦੇ ਨਹੀਂ ਰਿਹਾ, ਬਿਲਕੁਲ ਕੁਆਇਟ ਨਾਰਮਲ ਹੈ। ਕਬਰਾਂ 'ਚ ਵੀ ਬਿਲਕੁਲ ਕੁਆਇਟ ਹੁੰਦਾ, ਉਹ ਜਿਹੜੀ ਸਾਇਲੈਂਸ ਆਫ ਦਾ ਗ੍ਰੇਵਯਾਰਡਸ ਹੁੰਦੀ ਹੈ ਉਹ ਕੀ ਹੁੰਦੀ ਹੈ। ਸੋ ਮੈਂ ਸਮਝਦਾ ਫਿਰ ਵੀ ਅਮਰੀਕਾ 'ਚ ਇੱਕ ਪਾਰਟ ਜ਼ਰੂਰ ਹੈ ਇਹਨਾਂ ਦੇ ਵਿੱਚ ਪ੍ਰੈਗਮੈਟਿਜ਼ਮ ਹੈ। ਬੇਸ਼ੱਕ ਜਿਵੇਂ ਵੀਅਤਨਾਮ ਦੇ ਵਿੱਚ ਫਸ ਗਏ ਨਿਕਸਨ ਦਾ ਤੋਂ ਪਹਿਲਾਂ ਦੇ ਪੀਰੀਅਡ ਤੋਂ ਚੱਲਦਾ ਉੱਥੇ ਕਈ ਪਾਰਟਸ, ਪਰ ਜਦੋਂ ਫਿਰ ਮੌਕਾ ਆਇਆ ਅਮਰੀਕਾ ਨੇ ਭਾਵੇਂ ਉੱਥੇ ਆਪਣਾ 60,000 ਬੰਦਾ ਵੀ ਮਰਵਾਇਆ, ਹਿਊਮਿਲੇਸ਼ਨ ਵੀ ਹੋਈ, ਪਰ ਉੱਥੋਂ ਉਹ ਨਿਕਲ ਆਏ। ਇਸੇ ਤਰ੍ਹਾਂ ਸੋਵੀਅਤ ਯੂਨੀਅਨ ਦੇ ਮਾਮਲੇ 'ਚ ਬੇਸ਼ੱਕ ਮੁੜ ਕੇ 15 ਹਿੱਸਿਆਂ ਦੇ ਵਿੱਚ ਉਹ ਮੁਲਕ ਟੁੱਟਾ, ਪਰ ਇਹ ਗੋਰਬਾਚੋਫ ਦੀ ਮੈਂ ਸਮਝਦਾ ਵੀ ਸਟੇਟਸਮੈਨਸ਼ਿਪ ਸੀ ਕਿ ਇਹ ਜਿਹੜਾ ਬਿਲਕੁਲ ਬਲੀਡਿੰਗ ਟੂ ਡੈਥ ਹੋ ਕੇ ਹੋਣਾ ਕਿ ਵਿਦਡਰਾ ਕਰੋ ਉੱਥੋਂ, ਉਹ ਵੀ ਇੱਕ ਹਿਊਮਿਲੇਸ਼ਨ ਸੀ। ਸੋ ਅਸੀਂ ਕਿਉਂਕਿ ਸਾਡਾ ਖਿੱਤਾ ਉਸ ਹਿੱਸੇ 'ਚ ਹੈ, ਔਰ ਇਹ ਨਹੀਂ ਹੈ ਕਿ 18 ਸਾਲ ਪਹਿਲਾਂ ਤਾਂ ਅਮਰੀਕਾ ਮੇਨਲੈਂਡ ਤੇ ਅਟੈਕ ਤੋਂ ਬਾਅਦ ਇਸ ਗੱਲ ਨੂੰ ਅਫਗਾਨਿਸਤਾਨ ਦੇ ਨਾਲ ਹੀ ਇਕੱਲਾ ਜੋੜ ਕੇ ਦੇਖਿਆ ਜਾਂ ਪਾਕਿਸਤਾਨ ਦਾ ਨਾਲ ਹੀ ਵਲੇਟਿਆ ਜਾਂਦਾ ਸੀ। ਔਰ ਜ਼ਾਹਰ ਹੈ ਕਿ ਇਸ ਹਮਲੇ ਤੋਂ ਫੌਰਨ ਬਾਅਦ ਜਿਹੜਾ ਜਨਰਲ ਪਾਵੈਲ ਜਿਹੜੇ ਬੁਸ਼ ਦੇ ਸੈਕਟਰੀ ਆਫ ਸਟੇਟ ਸੀ, ਉਹਨਾਂ ਨੇ ਪ੍ਰੈਜ਼ੀਡੈਂਟ ਮੁਸ਼ਰਫ ਨੂੰ, ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੂੰ ਕਾਲ ਕੀਤਾ ਕਿ ਦੱਸੋ ਜੀ ਤੁਸੀਂ ਕਿਹੜੇ ਪਾਸਿਓ। ਬੁਸ਼ ਨੇ ਆਲਰੇਡੀ ਲਾਈਨ ਲੈ ਲਈ ਸੀ ਕਿ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ, ਵਿਚਾਲੇ ਤਾਂ ਕੋਈ ਲਾਈਨ ਹੀ ਨਹੀਂ ਹੈ। ਸੋ ਇਹ ਇੱਕ ਵੱਖਰੀ ਡਿਬੇਟ ਹੈ ਕਿ ਪਾਕਿਸਤਾਨ ਜਿਹੜਾ ਜਿਹਨੇ ਫਿਰ ਇਹਨਾਂ 18 ਸਾਲਾਂ 'ਚ ਬਹੁਤ ਸਫ਼ਰ ਕੀਤਾ ਹੈ, 70,000 ਤੋਂ ਜ਼ਿਆਦਾ ਉਹਨਾਂ ਦੇ ਸਿਵਿਲੀਅਨ ਔਰ ਫੌਜੀ ਮਰੇ ਨੇ, ਕਿਉਂਕਿ ਜਦੋਂ ਹੁਣ ਇਹ ਗੱਲ ਅਮਰੀਕਾ ਦੀ ਹੋਏਗੀ, ਇਸ ਵਾਰ ਦੀ ਹੋਏਗੀ, ਪਾਕਿਸਤਾਨ ਜਿਹਨੂੰ ਕਿ ਮੋਦੀ ਜਾਂ ਦੂਸਰੇ ਉਹਨਾਂ ਦੇ ਯਾਰ ਇੰਟਰਨੈਸ਼ਨਲੀ ਟੈਰਰਿਜ਼ਮ ਦੇ ਖਾਤੇ 'ਚ ਪਾਣਾ ਚਾਹੁੰਦੇ ਨੇ, ਇਹ ਗੱਲ ਨੂੰ ਉਹ ਕਦੇ ਐਕਨੋਲਜ ਨਹੀਂ ਕਰਨਗੇ ਕਿ ਸਭ ਤੋਂ ਜ਼ਿਆਦਾ ਅਫਗਾਨਾਂ ਤੋਂ ਬਾਅਦ ਜ਼ਾਹਰ ਹੈ
ਅਫਗਾਨ ਲੜਾਕਿਆਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਕੁਰਬਾਨੀਆਂ ਕੀਤੀਆਂ ਨੇ ਆਪਣੀ ਲੈਂਡ ਦੇ ਉੱਤੇ। ਕੋਈ ਅਫਗਾਨਾਂ ਦਾ ਉਹਨਾਂ ਦਾ ਇੱਕ ਆਪਣਾ ਹੈ, ਔਰ ਜਿਵੇਂ ਚਰਚਲ ਨੂੰ ਮੈਂ ਕੋਟ ਕਰਦਾ ਕਿ ਫੀਅਰਸਲੀ ਇੰਡੀਪੈਂਡੈਂਟ ਪੀਪਲ, ਕਿ ਤੁਸੀਂ ਉਹਨਾਂ ਦੀ ਧਰਤੀ ਤੇ ਜਾ ਕੇ ਲੜੋਗੇ, ਉਹ ਕੱਲ ਨੂੰ ਕੋਈ ਵੀ ਹੋਏ ਉਹ ਲੜਨਗੇ ਵਾਪਸ। ਲੇਕਿਨ ਪਾਕਿਸਤਾਨ ਤਾਂ ਜਿਹੜਾ ਹੈ ਉਹਨੇ ਪਹਿਲਾਂ ਬ੍ਰੰਟ ਝੱਲਿਆ ਜਦੋਂ ਕਿ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਨੂੰ ਆਕੂਪਾਈ ਕੀਤਾ, ਤੇ ਅੱਜ ਜਿਹੜਾ ਅਸ਼ਰਫ ਗਨੀ ਇੰਡੀਆ ਦਾ ਯਾਰ ਬਣਿਆ ਹੋਇਆ ਤੇ ਇੰਡੀਆ ਅਸ਼ਰਫ ਗਨੀ ਦਾ ਯਾਰ ਬਣਿਆ ਹੋਇਆ। ਕਿਉਂ ਲੋਕ ਹਿਸਟਰੀ ਭੁੱਲ ਜਾਂਦੇ ਨੇ ਕਿ 1979 ਤੋਂ 1999 ਤੱਕ 10 ਸਾਲ ਸੋਵੀਅਤ ਯੂਨੀਅਨ ਅਫਗਾਨਿਸਤਾਨ ਚ ਕਾਬਜ਼ ਰਿਹਾ। 1 ਮਿਲੀਅਨ ਅਫਗਾਨ ਉਹਨਾਂ ਨੇ ਮਾਰੇ, 2 ਮਿਲੀਅਨ ਜ਼ਖਮੀ ਕੀਤੇ। ਜ਼ਖਮੀ ਵੀ ਉਹ ਜਿਨ੍ਹਾਂ ਦੀਆਂ ਐਂਪੂਟੇਸ਼ਨਸ ਹੋਈਆਂ, ਕਿਤੇ ਉਹ ਬੇਬੀ ਟॉय ਔਰ ਬੂਬੀ ਟ੍ਰੈਪ ਤੇ ਕੀ ਨਹੀਂ ਉਹਨਾਂ ਨੇ ਕਰਕੇ ਕੀਤਾ। ਔਰ ਉਹ ਸਾਰੇ 10 ਸਾਲ ਦੇ ਵਿੱਚ ਇੰਡੀਆ ਨੇ ਠੋਕ ਕੇ ਸੋਵੀਅਤ ਯੂਨੀਅਨ ਦੀ ਮਦਦ ਕੀਤੀ। ਤੁਸੀਂ ਯੂਐਨ ਦੇ ਰੈਜ਼ੋਲੂਸ਼ਨ ਕੱਢ ਲਓ ਕਿ ਸੋਵੀਅਤ ਯੂਨੀਅਨ ਦੇ ਖਿਲਾਫ ਜਿੰਨੇ ਵੀ ਹੋਣਗੇ ਉਹਦੇ ਚ ਸਭ ਤੋਂ ਜ਼ਿਆਦਾ ਉਹਦੇ ਹੱਕ 'ਚ ਜੇ ਵੋਟਾਂ ਪਾਈਆਂ ਤੇ ਇੰਡੀਆ ਨੇ ਪਾਈਆਂ। ਹੁਣ ਇਹ ਅਮਰੀਕਾ ਦੇ ਯਾਰ ਬਣੇ ਹੋਏ ਨੇ। ਸੋ ਇਹ ਅਫਗਾਨਾਂ ਨੂੰ ਵੀ ਸਮਝਣਾ ਚਾਹੀਦਾ, ਜਿਹੜੇ ਇੰਡੀਆ ਔਰ ਇੰਡੀਅਨ ਫਿਲਮਾਂ ਦੇਖ ਕੇ ਸਮਝਦੇ ਨੇ ਕਿ ਵੀ ਇਹ ਜਿਹੜਾ ਹੈ ਉਹ ਬਹੁਤ ਟੋਲਰੈਂਟ ਲੋਕ ਨੇ। ਇਹ ਨਹੀਂ ਹੈ। ਜੇ 10 ਸਾਲ ਤੁਹਾਡੀ ਗੁਲਾਮੀ ਜਿਹੜੀ ਸੋਵੀਅਤ ਯੂਨੀਅਨ ਦੇ ਥੱਲੇ ਉਹ ਪਰਪੈਚੁਏਟ ਕਰ ਰਹੇ ਸੀ, ਉਹਦੇ ਹੱਕ 'ਚ ਖਲੋਤੇ ਸੀ, ਇਹ ਤੁਹਾਡੇ ਯਾਰ ਕਿੱਥੋਂ ਹੋਏ? ਸੋ ਉਸ ਪੀਰੀਅਡ 'ਚ ਵੀ ਪਾਕਿਸਤਾਨ ਨੇ 4 ਤੋਂ 5 ਮਿਲੀਅਨ ਰਿਫਿਊਜੀ ਜਿਹੜੇ ਅਫਗਾਨਿਸਤਾਨ 'ਚੋਂ ਸਾਰੇ ਪੀਰੀਅਡ ਦੇ ਵਿੱਚ ਆ ਕੇ ਪਾਕਿਸਤਾਨ 'ਚ ਰਹੇ, ਉਹਨਾਂ ਨੂੰ ਰੱਖਿਆ ਵੀ, ਔਰ ਕਦੇ ਕੋਈ ਚੀਕਾਂ ਨਹੀਂ ਮਾਰੀਆਂ ਕਿ ਆ ਗਏ। ਉਹਨਾਂ 'ਚੋਂ ਕੁਝ ਵਾਪਸ ਗਏ ਨੇ। ਔਰ ਮੈਂ ਸਮਝਦਾ ਕਿ ਜੇ ਇਹ ਸਾਰਾ ਵਾਕਿਆ ਸੋਵੀਅਤ ਯੂਨੀਅਨ ਵਾਲਾ ਨਾ ਹੁੰਦਾ 10 ਸਾਲ ਜੋ ਚੱਲਿਆ, ਤੇ ਜਿਹੜੀ ਦਹਿਸ਼ਤਗਰਦੀ ਹੈ ਪਾਕਿਸਤਾਨ ਦੀਆਂ ਬਰੂਹਾਂ ਲੰਘ ਕੇ ਉਹਨਾਂ ਦੀ ਮੇਨ ਸੁਸਾਇਟੀ 'ਚ ਨਾ ਆਉਂਦੀ। ਸੋ ਇਸੇ ਤਰ੍ਹਾਂ 9/11 ਤੋਂ ਬਾਅਦ ਵੀ ਭਾਵੇਂ ਵਾਰ ਡਿਫਰੈਂਟ ਕਿਸਮ ਦੀ ਹੋਈ, ਲੇਕਿਨ ਕਿਉਂਕਿ ਜਿਹੜਾ ਏਰੀਆ ਖੈਬਰ ਪਖਤੂਨਖਵਾ ਦਾ ਹੁਣ ਏਜੰਸੀ ਏਰੀਆ ਹਿੱਸਾ ਬਣਾ ਦਿੱਤਾ ਗਿਆ, ਇਹ ਲੋਕ ਨੇ ਜਿਹੜੇ ਸਦੀਆਂ ਤੋਂ ਲੜਦੇ ਆਏ ਨੇ। ਉਹਨਾਂ ਦੇ ਲਈ ਅੱਧੇ ਅਫਗਾਨ ਕਬੀਲੇ ਔਰਕਜ਼ਾਈ ਹੋਣ, ਅਫਰੀਦੀ ਹੋਣ, ਮਸੂਦ ਹੋਣ, ਉਹ ਦੋਨੋਂ ਪਾਸੇ ਹੀ ਨੇ। ਹੁਣ ਪਾਕਿਸਤਾਨ ਦੀ ਕਿਉਂਕਿ ਬਾਉਂਡਰੀ ਦੇ ਅੰਦਰ ਜਿਹੜੀ ਹੈ ਉਹਨਾਂ ਦੇ ਉਹ ਸਾਰੇ ਹੀ ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਬਿਜੌੜ ਔਰ ਜਮਰੌਦ, ਇਹ ਸਾਰੇ ਜਿਹੜੇ ਏਜੰਸੀ ਏਰੀਆ ਨੇ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਵਸ ਹੈ। ਸੋ ਪਾਕਿਸਤਾਨ ਦੇ ਉੱਤੇ ਵੀ ਇਹ ਇਲਜ਼ਾਮ ਆਉਂਦਾ ਰਿਹਾ ਕਿ ਜੀ ਤੁਸੀਂ ਇਹਨਾਂ ਨੂੰ ਦਹਿਸ਼ਤਗਰਦੀ ਨੂੰ ਪੁਸ਼ਤ ਬਣਾਓ, ਕਿਉਂਕਿ ਉਹਨਾਂ ਕਬੀਲਿਆਂ ਦੀ ਆਪਣੀ ਇੰਡੀਪੈਂਡੈਂਸ, ਜਦੋਂ ਚਾਹਣ ਇਧਰੋਂ ਉਧਰ ਚਲੇ ਜਾਣ, ਜਦੋਂ ਚਾਹਣ ਉਧਰੋਂ ਇਧਰ ਆ ਜਾਣ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਉਹ ਸਿਚੁਏਸ਼ਨ ਤਾਂ ਕੀ ਰਿਜ਼ੋਲਵ ਹੋਣੀ ਸੀ ਇਹਨਾਂ 18 ਸਾਲਾਂ 'ਚ। ਜੇ ਅਸੀਂ ਦੇਖੀਏ ਕਿ ਦੁਨੀਆ ਇੱਕ ਤਾਂ ਵਰਸ ਹੁੰਦਾ ਹੈ, ਇੱਕ ਵਰਸਟ ਹੁੰਦਾ ਹੈ, ਕਿ ਇੱਕ ਵੱਧ ਹੈ, ਇੱਕ ਬਦਤਰ ਹੈ। ਉਸ ਹਾਲਤ ਦੇ ਵਿੱਚ ਪੁਸ਼ ਹੋਈ ਹੈ, ਕਿਉਂਕਿ ਇਹ ਜਿਹੜਾ ਸਟੇਟ ਟੈਰਰਿਜ਼ਮ ਹੈ ਇਸ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ। ਉਸ ਦੇ ਵਿੱਚ ਫਿਰ ਅਮਰੀਕਾ ਨੇ ਵੀ ਜ਼ਿਆਦਤੀਆਂ ਕੀਤੀਆਂ। ਗੁਆਟਾਨਾਮਾ ਬੇ ਦੇ ਵਿੱਚ ਕਿਵੇਂ ਲਿਆ ਕੇ ਪ੍ਰਿਜ਼ਨਰ ਟਾਰਚਰ ਹੋਏ, ਯੂਰਪ ਦੀਆਂ ਉਹਨਾਂ ਕੰਟਰੀਜ਼ ਜਿਨ੍ਹਾਂ ਦੇ ਵਿੱਚ ਰੱਖ ਕੇ ਟਾਰਚਰ ਕੀਤਾ ਗਿਆ। ਔਰ ਉਸ ਸਾਰੇ ਦਾ ਨਤੀਜਾ ਹੈ ਕਿ ਅੱਜ ਭਾਰਤ ਵਰਗਾ ਮੁਲਕ ਜਿਹੜਾ 80 ਲੱਖ ਲੋਕਾਂ ਨੂੰ ਕਸ਼ਮੀਰ ਦੇ ਵਿੱਚ ਇੱਕ ਜੇਲ੍ਹ 'ਚ ਰੱਖ ਕੇ ਵੀ ਇਹ ਸਮਝਦਾ ਹੈ ਕਿ ਹੀ ਕੈਨ ਗੈਟ ਅਵੇ ਵਿਦ ਇਟ। ਔਰ ਇਹ ਟ੍ਰੈਂਡ ਸਾਰੇ ਪਾਸੇ ਦੇਖਣ 'ਚ ਆਇਆ। ਅਸੀਂ ਈਵਨ ਟਰੰਪ ਦੀ ਵਿਕਟਰੀ 'ਚ ਵੀ ਅਸੀਂ ਦੇਖ ਸਕਦੇ ਹਾਂ ਕਿ ਵੀ ਇਹ ਜਿਹੜੀ ਫਿਰ ਰਾਈਟ ਵਿੰਗ ਲਾਈਨ ਆਈ, ਇਸਲਾਮ ਟਾਰਗੇਟ ਹੋਇਆ, ਕਮਿਊਨਿਜ਼ਮ ਦਾ ਭੋਗ ਪੈ ਚੁੱਕਾ ਸੀ, ਕੋਈ ਨਵਾਂ ਐਨਮੀ ਚਾਹੀਦਾ ਸੀ, ਇਸਲਾਮੋਫੋਬੀਆ ਕ੍ਰੀਏਟ ਹੋਇਆ, ਹੇਟ ਕ੍ਰਾਈਮਸ ਕ੍ਰੀਏਟ ਹੋਏ। ਔਰ ਬਤੌਰੇ ਸਿੱਖ ਅਸੀਂ ਅਮਰੀਕਾ 'ਚ ਹੀ ਨਹੀਂ ਯੂਰਪ ਭਰ ਦੇ ਵਿੱਚ ਆਪਣੇ ਨੰਬਰਸ ਤੋਂ ਮੱਚ ਮੋਰ, ਸੈਂਕੜਿਆਂ ਸਿੱਖ ਨਹੀਂ ਹਜ਼ਾਰਾਂ ਇਨਸੀਡੈਂਟਸ ਨੇ ਹੇਟ ਕ੍ਰਾਈਮ ਦੀਆਂ, ਜਿਨ੍ਹਾਂ 'ਚ ਦਰਜਨਾਂ ਮੌਤਾਂ ਵੀ ਨੇ, ਜਿਹਦੇ 'ਚ ਕਿ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ। ਔਰ ਇਹ ਨਫ਼ਰਤ ਜਿਹੜੀ ਹੈ ਉਹ ਅੱਜ ਇਸ ਹੱਦ ਤੱਕ ਹੈ ਕਿ ਯੂਰਪ ਦੇ ਵਿੱਚ ਉਹ ਇੰਗਲੈਂਡ, ਫਰਾਂਸ, ਤੁਸੀਂ ਕਿਸੇ ਮੁਲਕ ਦਾ ਡੈਨਮਾਰਕ ਵਰਗਾ ਮੁਲਕ, ਉਹਨਾਂ ਦੇ ਵਿੱਚ ਵੀ ਜਿਹੜਾ ਯੂਰਪ ਆਪਣੇ ਆਪ ਨੂੰ, ਜਿਵੇਂ ਅਸੀਂ ਪਾਰਲੀਮੈਂਟ ਆਫ ਵਰਲਡ ਰਿਲੀਜਨਸ ਦੀ ਗੱਲ ਕੀਤੀ, ਜਿਹੜਾ ਹਾਰਮਨੀ ਦਾ ਹਾਫਜ਼ ਹੈ, ਜਿਹੜਾ ਆਪਣੇ ਆਪ ਨੂੰ ਇੱਕ ਜਿਨ੍ਹਾਂ ਨੇ UN ਚਾਰਟਰ ਆਫ ਹਿਊਮਨ ਰਾਈਟਸ ਜਿਹੜਾ ਉਹ ਮਨਜ਼ੂਰ ਕੀਤਾ, UN ਕਨਵੈਨਸ਼ਨਸ ਬਣਾਈਆਂ, ਅੱਜ ਉਹਨਾਂ ਮੁਲਕਾਂ ਦੇ ਵਿੱਚ ਜੇ ਉਹ ਨਫ਼ਰਤ ਦੇਖਣ ਨੂੰ ਆਉਂਦੀ ਹੈ। ਔਰ ਇਸ ਸਾਰੇ 'ਚੋਂ ਇਹ ਗੱਲ ਮੁੱਕੀ ਨਹੀਂ ਹੈ। ਕਿਵੇਂ ਮਿਡਲ ਈਸਟ ਤੱਕ ਸੀਰੀਅਨ ਕ੍ਰਾਈਸਿਸ ਦੇਖੀਏ, ਮਿਲੀਅਨਸ ਆਫ ਰਿਫਿਊਜੀਜ਼ ਉਸ 'ਚੋਂ ਨਿਕਲੇ, ਜਿਹੜੇ ਅੱਜ ਵੀ ਕੋਈ ਕਿਤੇ ਅੱਜ ਵੀ ਸੀ ਕਿ ਕਿੰਨੇ ਬੰਦੇ ਬ੍ਰਿਟਨ ਤੋਂ ਫਰਾਂਸ ਤੋਂ ਬ੍ਰਿਟਨ ਚੈਨਲ ਦੇ ਵਿੱਚ ਫੜੇ ਗਏ, ਬੋਟਸ ਦੇ ਵਿੱਚ ਕ੍ਰਾਸ ਕਰਦੇ।
ਜੇ ਅਸੀਂ ਉਸ ਖਿੱਤੇ 'ਚ ਮਿਆਂਮਾਰ ਰੋਹਿੰਗਿਆ ਮੁਸਲਮਾਨਾਂ ਦੀ ਗੱਲ ਕਰੀਏ, ਜੀ। ਔਰ ਭਾਰਤ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਦੇਸ਼, ਜਿੱਥੇ ਕਿ ਇਸ ਹੱਦ ਤੱਕ ਪੁੱਜ ਕੇ ਨਫ਼ਰਤ ਹੈ ਕਿ ਕਸ਼ਮੀਰ ਵਾਦੀ 'ਚ 80 ਲੱਖ ਲੋਕ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਕਰਫਿਊ ਦੇ ਥੱਲੇ। ਅਸਾਮ ਦੇ ਵਿੱਚ 2 ਮਿਲੀਅਨ 20 ਲੱਖ ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਨੂੰ ਵਿਦਆਊਟ ਸਟੇਟ ਡਿਕਲੇਅਰ ਕਰ ਦਿੱਤਾ ਗਿਆ ਹੈ, ਉਹ ਵੀ ਜੀ। ਕੈਂਪਾਂ 'ਚ ਜਾਣਗੇ। ਬਿਲਕੁਲ। ਔਰ ਆਲਰੇਡੀ ਜਿਹੜਾ 200 ਮਿਲੀਅਨ ਦੇ ਕਰੀਬ ਹੁਣ ਉਹ ਜਿਹੜਾ ਅਸਾਮ ਵਾਲਾ ਪਾਰਟ ਉਹ ਭਾਰਤ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ। ਔਰ ਇਹੀ ਜਿਹੜੀ ਦਹਿਸ਼ਤਗਰਦੀ ਦੀ ਲਾਈਨ ਹੈ, ਸਟੇਟ ਟੈਰਰਿਜ਼ਮ ਨੇ ਫਿਰ ਥਾਂ ਥਾਈਂ ਇੰਡੀਵਿਜੂਅਲ ਟੈਰਰਿਜ਼ਮ ਨੂੰ ਜਨਮ ਦਿੱਤਾ। ਗੱਲ ਕੱਲੀ ਅਲ-ਕਾਇਦਾ ਤੋਂ ਸ਼ੁਰੂ ਹੋਈ ਜੀ। ਔਰ ਕਿੱਥੇ ਨੂੰ ਚਲੀ ਗਈ, ਕੋਈ ਇਸਲਾਮਿਕ ਸਟੇਟ ਹੈ, ਕੋਈ ISIS ਹੈ, ਕੋਈ RSS ਜਿਹੜੀ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਟੈਰਰਿਸਟ ਆਰਗੇਨਾਈਜੇਸ਼ਨ ਜੀ। ਨੰਬਰ ਵਾਈਜ਼ ਵੀ ਔਰ ਉਹਨਾਂ ਦੀਆਂ ਕਰਤੂਤਾਂ ਵਾਈਜ਼ ਵੀ। ਔਰ ਅੱਜ ਦੁਨੀਆ ਦੇ ਵਿੱਚ ਇਹ ਨੈਰੇਟਿਵ ਜਿਹੜਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਦਿੱਤਾ ਪਬਲਿਕਲੀ, ਅਸੀਂ ਤਾਂ 20 ਸਾਲ ਤੋਂ ਦੇ ਰਹੇ ਹਾਂ ਕਿ ਭਾਈ ਇਹ ਨਾਜ਼ੀ ਜਰਨੀ ਬਣ ਗਿਆ, ਨਾਜ਼ੀ ਸਟੇਟ। ਦੁਨੀਆ ਦੇ ਵਿੱਚ ਇਹ ਨੈਰੇਟਿਵ ਅੱਜ ਡਿਸਕਸ ਹੋ ਰਿਹਾ ਕਿ ਭਾਈ ਕਿਸ ਹੱਦ ਤੱਕ ਸਟੇਟ ਜਾ ਚੁੱਕੀ ਹੈ ਕਨਸਟੀਟਿਊਸ਼ਨ ਦਾ ਇਸਤੇਮਾਲ ਕਰਕੇ ਮੈਜੋਰਿਟੇਰੀਅਨਿਜ਼ਮ ਦੇ ਨਾਂ ਥੱਲੇ ਤੁਸੀਂ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੇ ਹੋ। ਜੀ। ਤਾਂ ਫਿਰ ਇਸ ਸਭ ਚੋਂ ਕੀ ਨਿਕਲਦਾ ਹੈ? ਜੇ ਅੱਜ ਅਸੀਂ 18 ਸਾਲ ਬਾਅਦ ਦੇਖੀਏ ਕਿ ਕੀ ਦੁਨੀਆ ਸੇਫ ਹੈ, ਕੀ ਦੁਨੀਆ ਦੇ ਵਿੱਚ ਪਿਆਰ ਦਾ ਵਰਤਾਰਾ ਹੈ, ਤੇ ਜਵਾਬ ਵੱਡਾ ਨੋ ਹੋਏਗਾ। ਰਾਦਰ ਅੱਜ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਕਿੱਥੇ ਕੀ ਵਾਪਰਨ ਵਾਲਾ ਹੈ, ਜੀ। ਕਿਸ ਦੇ ਅੰਦਰ ਕੀ ਚੱਲ ਰਿਹਾ ਹੈ, ਕਿਹੜਾ ਰੇਸ ਦੀ ਨਫ਼ਰਤ ਦੇ ਨਾਲ ਭਰਿਆ ਹੋਇਆ ਹੈ, ਕਿਹੜਾ ਨੇਸ਼ਨ ਦੀ ਨਫ਼ਰਤ ਨਾਲ ਭਰਿਆ ਹੋਇਆ ਹੈ। ਔਰ ਇੱਥੇ ਹਾਲਤ ਇਹ ਹੈ, ਅਸੀਂ ਤਾਂ ਅਮਰੀਕਾ 'ਚ ਦੇਖ ਸਕਦੇ ਹਾਂ ਜੀ। ਕਿ ਜਿਹੜੇ ਪੈਨ ਹੈਂਡਲਰ ਨੇ, ਬੈਗਰ ਨੇ, ਜੇ ਉਹ ਤੁਹਾਡੇ ਤੋਂ ਮੰਗਦੇ ਨੇ ਔਰ ਤੁਹਾਡੇ ਕੋਲ ਜੇਬ ਤੁਹਾਡੇ ਨਹੀਂ ਹੈ ਉਦੋਂ ਦੇਣ ਨੂੰ, ਤੇ ਉਹ ਵੀ ਤੁਹਾਨੂੰ ਅਗਲੀ ਗੱਲ ਕਹਿਣਗੇ ਗੋ ਹੋਮ। ਜੀ ਬਿਲਕੁਲ। ਔਰ ਇਹ ਆਲ ਆਫ ਏ ਸਡਨ ਜਿਹੜੇ ਦੁਨੀਆ 'ਚ ਬੈਠੇ ਲੋਕ ਅੱਡ-ਅੱਡ ਕਾਸਟ, ਕਲਰ, ਕ੍ਰੀਡ, ਨੈਸ਼ਨੈਲਿਟੀ, ਰਿਲੀਜਨਸ, ਬੈਕਗ੍ਰਾਉਂਡ, ਨੈਸ਼ਨੈਲਿਟੀ ਹੈ, ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਸਾਡਾ ਘਰ ਕਿਹੜਾ ਹੈ। ਜੇ ਅਸੀਂ 100-100 ਸਾਲ ਤੋਂ ਇਹਨਾਂ ਮੁਲਕਾਂ 'ਚ ਆ ਕੇ ਵੀ ਅਸੀਂ ਵਿਦਆਊਟ ਹੋਮ ਹੈ। ਔਰ ਮੈਂ ਸਮਝਦਾ ਵੀ ਇਸ ਸਾਰੇ ਨੂੰ ਸਿੱਖ ਕੌਮ ਹੋਰ ਵੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਬੇਘਰੇ ਹੋਣਾ, ਜੀ। ਕਿਉਂਕਿ 9/11 ਨੇ ਦੁਨੀਆ ਦੀਆਂ ਆਜ਼ਾਦੀ ਲਹਿਰਾਂ ਦਾ ਵੀ ਬਹੁਤ ਨੁਕਸਾਨ ਕੀਤਾ ਹੈ। ਬਿਲਕੁਲ। ਉਸ ਤੋਂ ਪਹਿਲਾਂ ਇੱਕ ਫਰੀडम ਫਾਈਟਰ ਸੀ, ਇੱਕ ਮਿਲੀਟੈਂਟ ਸੀ, ਇੱਕ ਟੈਰਰਿਸਟ ਸੀ। ਜੀ। ਪਰ 9/11 ਤੋਂ ਬਾਅਦ ਫਰੀडम ਫਾਈਟਰ, ਮਿਲੀਟੈਂਟ, ਟੈਰਰਿਸਟ ਇੱਕੋ ਕੈਟਾਗਰੀ 'ਚ ਆ ਗਿਆ, ਟੈਰਰਿਸਟ। ਜੀ। ਸੋ ਅਸੀਂ ਜਿੱਥੇ ਹਮੇਸ਼ਾ ਹੀ ਇਹ ਸਮਝਦੇ ਹਾਂ ਕਿ ਦਹਿਸ਼ਤਗਰਦੀ ਕਿਸੇ ਮਸਲੇ ਦਾ ਹੱਲ ਨਹੀਂ ਹੈ, ਉਸ ਨੂੰ ਕੰਡੈਮ ਕਰਦੇ ਹਾਂ ਸਟਰੋਂਗ ਟਰਮ 'ਚ। ਪਰ ਸਟੇਟ ਟੈਰਰਿਜ਼ਮ ਦਾ ਕੀ ਕੀਤਾ ਜਾਏ, ਜਿੱਥੇ ਸਟੇਟ ਇਹ ਮਿੱਥ ਲੈਂਦੀ ਹੈ ਕਿ ਤੁਸੀਂ ਆਬਾਦੀਆਂ ਸਾਫ਼ ਕਰ ਦੇਣੀਆਂ ਨੇ, ਤੁਸੀਂ ਡੈਮੋਗ੍ਰਾਫਿਕਸ ਚੇਂਜ ਕਰ ਦੇਣਾ ਹੈ, ਤੁਸੀਂ ਧਾਰਮਿਕ ਥਾਵਾਂ ਢਾ ਦੇਣੀਆਂ ਨੇ, ਜੋ ਜੂਨ 84 'ਚ ਸਿੱਖਾਂ ਨਾਲ ਹੋਇਆ ਡੈਮੋਕ੍ਰੇਸੀ ਦੇ ਨਾਂ ਥੱਲੇ ਸਟੇਟ ਟੈਰਰਿਜ਼ਮ, ਜੋ ਨਵੰਬਰ 84 'ਚ ਭਾਰਤ ਭਰ 'ਚ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਹੋਈ, ਸਟੇਟ ਟੈਰਰਿਜ਼ਮ। ਹੁਣ ਇਹ ਸਾਰਾ ਜਿਹੜਾ ਹੈ 9/11 ਤੋਂ ਬਾਅਦ ਇਸ ਨੂੰ ਇੱਕ ਕਿਸਮ ਦਾ ਲਾਇਸੈਂਸ ਮਿਲ ਗਿਆ ਜਿਹੜੀਆਂ ਸਟੇਟਸ ਕਰਦੀਆਂ ਨੇ, ਕਿਉਂਕਿ ਅਮਰੀਕਾ ਦਾ ਇਹ ਨੁਕਸਾਨ ਹੋਇਆ ਕਿ ਅਮਰੀਕਾ ਇੱਕ ਚੈਂਪੀਅਨ ਵੀ ਸੀ ਹਿਊਮਨ ਰਾਈਟਸ ਦਾ, ਇੱਕ ਹੋਪ ਵੀ ਸੀ, ਡੈਮੋਕ੍ਰੇਸੀ ਦੀ ਗੱਲ ਵੀ ਸੀ। ਦੁਨੀਆ 'ਚ ਜਿੱਥੇ ਕਿਤੇ ਜ਼ਿਆਦਤੀ ਹੁੰਦੀ ਸੀ, ਪਾਵਰਫੁਲ ਸੀ, ਮਿਲਟਰੀ ਮਾਈਟ ਵੀ ਸੀ, ਫਾਈਨੈਂਸ਼ੀਅਲ ਮਾਈਟ ਵੀ ਸੀ। ਪਰ ਜਦੋਂ ਖੁਦ ਇਹ ਉਸੇ ਹੀ ਕਿਸਮ ਦੀ ਦਲਦਲ 'ਚ ਜਾ ਫਸੇ ਤੇ ਫਿਰ ਜੇ ਗੱਲ ਜ਼ਾਹਰ ਹੈ ਕਿ ਭਾਈ ਜੇ ਉੱਤੋਂ ਤੁਹਾਡਾ ਕਿਲਾ ਹੀ ਹਿੱਲ ਗਿਆ ਤੇ ਫਿਰ ਬਾਕੀਆਂ ਦਾ ਤਾਂ ਨੂੰ ਕਿਸ ਨੇ ਕੀ ਕਹਿਣਾ। ਸੋ ਫਿਰ ਵੀ ਅਸੀਂ ਅੱਜ ਦੇ ਦਿਨ ਜਿੱਥੇ ਜਿਹੜੇ ਇਸ ਦੁਨੀਆ ਤੋਂ ਗਏ, ਨਾ ਸਿਰਫ 9/11 ਵਾਲੇ ਦਿਨ, ਇਹਨਾਂ 18 ਸਾਲਾਂ 'ਚ ਇਹ ਗਿਣਤੀ ਸ਼ਾਇਦ ਲੱਖਾਂ ਤੱਕ ਪਹੁੰਚ ਗਈ ਹੋਏ ਜਿਹੜੇ ਬੇਗੁਨਾਹ ਸਫ਼ਰ ਕਰਦੇ ਨੇ, ਜਿੱਥੇ ਜੰਗ ਹੁੰਦੀ ਹੈ, ਕਿਸ ਕਿਸਮ ਦੀਆਂ ਤੰਗ ਦਸਤੀਆਂ ਨੇ। ਜਿਵੇਂ ਕਸ਼ਮੀਰ ਦੇ ਹਵਾਲੇ ਨਾਲ ਕਿਸੇ ਦਾ ਲੇਖ ਸੀ ਕਿ ਇਟ ਇਜ਼ ਵੈਰੀ ਅਨਫੋਰਚੂਨੇਟ ਟੂ ਬੀ ਏ ਮਦਰ ਇਨ ਕਸ਼ਮੀਰ, ਕਿ ਬੱਚੇ ਰੋ ਰਹੇ ਹੋਣਗੇ, ਦੁੱਧ ਨਹੀਂ ਹੈ, ਖਾਣ ਨੂੰ ਨਹੀਂ ਹੈ, ਤੇ ਮਾਂ ਕਹਿੰਦੀ ਹੋਏਗੀ ਕਿ ਮੈਂ ਕਿੰਨੀ ਬਦਕਿਸਮਤ ਹੈ। ਤਾਂ ਫਿਰ ਅਸੀਂ ਸਾਰੇ ਹੀ ਜੰਗਾਂ ਦੇ ਵਿੱਚ, ਸੀਰੀਆ ਦੇ ਵਿੱਚ ਕਿਵੇਂ ਰਿਫਿਊਜੀ ਬਣੇ ਲੋਕ, ਕਿਵੇਂ ਉਹ ਪਿਕਚਰਸ ਦਿਲ ਦਹਿਲਾ ਦੇਣ ਵਾਲੀਆਂ ਕਿ ਕਿਵੇਂ ਈਵਨ ਡੁੱਬਣ ਲੱਗਿਆਂ ਵੀ ਬੱਚਾ ਆਪਣੇ ਪਿਓ ਨੂੰ ਚੰਬੜਿਆ ਹੋਇਆ, ਦੋਵੇਂ ਡੁੱਬ ਰਹੇ ਨੇ, ਸੇਫਟੀ ਵੱਲ ਕ੍ਰਾਸ ਕਰਨਾ ਚਾਹੁੰਦੇ ਨੇ, ਅੱਗੋਂ ਨੇਸ਼ਨਸ ਨੇ ਦਰਵਾਜ਼ੇ ਬੰਦ ਕੀਤੇ ਹੋਏ ਨੇ। ਔਰ ਇਹ ਨਫ਼ਰਤ ਜਿਹੜੀ 4 ਚਫੇਰੇ ਹੈ, ਮੈਂ ਕਨਕਲੂਡ ਕਰਾਂ ਗੁਰੂ ਅਮਰਦਾਸ ਜੀ ਦੇ ਇਹਨਾਂ ਰੂਹਾਨੀ ਲਫ਼ਜ਼ਾਂ ਦੇ ਨਾਲ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਭਰੈ
ਤਿਤ ਹੈ ਦੇਹੋ ਉਬਾਰ। ਅਲਟੀਮੇਟਲੀ ਰੱਬ ਵਾਹਿਗੁਰੂ ਅੱਲਾਹ ਤਾਲਾ ਇਸ ਕਾਇਨਾਤ ਨੂੰ, ਇਸ ਦੁਨੀਆ ਨੂੰ ਬਣਾਉਣ ਵਾਲਾ, ਚਲਾਉਣ ਵਾਲਾ ਹੈ। ਜੀ ਉਸ ਦੇ ਅੱਗੇ ਹੀ ਅਸੀਂ ਅਰਦਾਸ ਕਰ ਸਕਦੇ ਹਾਂ, ਉਸ ਦੇ ਅੱਗੇ ਹੀ ਜਿਹੜਾ ਹੈ ਉਹ ਬੇਨਤੀ ਕਰ ਸਕਦੇ ਹਾਂ ਕਿ ਹੇ ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਸਾਰਾ ਸੰਸਾਰ ਜਿਹੜਾ ਸੜ ਰਿਹਾ ਇਕੱਲਾ ਵਿਕਾਰਾਂ ਦੀ ਅੱਗ ਦੇ ਵਿੱਚ ਹੀ ਨਹੀਂ, ਇਹ ਨਫ਼ਰਤ, ਇਹ ਨਾ ਇਨਟੋਲਰੈਂਸ, ਇਸ ਸੰਸਾਰ ਨੂੰ ਆਪਣੀ ਕਿਰਪਾ ਦੇ ਨਾਲ, ਆਪਣੀ ਬਖਸ਼ਿਸ਼ ਦੇ ਨਾਲ, ਆਪਣੇ ਕਰਮ ਦੇ ਨਾਲ ਇਸ ਨੂੰ ਇਸ ਸਾਰੇ ਚੋਂ ਕੱਢੋ, ਤਾਂ ਕਿ ਹਰ ਇਨਸਾਨ ਫੈਲੋ ਹਿਊਮਨ ਬੀਇੰਗ ਨੂੰ ਬਰਾਬਰ ਦਾ ਇਨਸਾਨ ਸਮਝੇ, ਦੁਨੀਆ ਦੇ ਅੰਦਰ ਪਿਆਰ ਦਾ ਜਜ਼ਬਾ ਹੋਏ, ਇਨਸਾਨ ਸਾਰੀ ਕਾਇਨਾਤ ਨੂੰ ਰੱਬ ਦੀ ਸਮਝਦੇ ਆ, ਹਰ ਇੱਕ ਦੇ ਨਾਲ ਮੁਹੱਬਤ ਕਰੇ। ਔਰ ਇਹੀ ਸਾਡੀ ਦੋ ਵੇਲੇ ਦੀ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਹਰ ਇੱਕ ਦਾ ਭਲਾ ਹੋਏ। ਸੋ ਅਸੀਂ ਇਹੀ ਅਰਦਾਸ ਕਰਦੇ ਹਾਂ ਜੀ। ਡਾਕਟਰ ਸਾਹਿਬ 9/11 ਤੇ ਤੁਸੀਂ ਆਪਣੇ ਬਹੁਤ ਹੀ ਵਧੀਆ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।